ਹੈਲੋ ਵੈਲਕਮ ਟੂ ਦਾ ਵਰਡ ਆਫ ਪੋਜ਼ਿਟਿਵ ਵਾਈਬ ਚੈਨਲ 'ਚ ਆਪ ਸਭ ਦਾ ਸਵਾਗਤ ਹੈ ਜੀ। ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਟੌਪਿਕ ਕੰਪਿਊਟਰ ਦਾ, ਕੰਪਿਊਟਰ ਮੈਮਰੀ, ਜਿਹਦੇ ਵਿੱਚ ਪੁੱਛੇ ਜਾਂਦੇ ਨੇ ਮੋਸਟਲੀ ਬਹੁਤ ਜ਼ਿਆਦਾ ਕੁਐਸਚਨਸ, ਔਰ ਹੈ ਉਹਨਾਂ ਬੱਚਿਆਂ ਵਾਸਤੇ ਮੋਸਟ ਕਨਫਿਊਜ਼ਨ ਹੁੰਦੀ ਹੈ ਜਿਨ੍ਹਾਂ ਦਾ ਬੈਕਗਰਾਉਂਡ ਹੈ ਨਹੀਂ ਕੰਪਿਊਟਰ। ਪਰ ਜਿਨ੍ਹਾਂ ਦਾ ਬੈਕਗਰਾਉਂਡ ਕੰਪਿਊਟਰ ਹੈ ਉਹਨਾਂ ਨੇ ਵੀ ਇਹ ਵੀਡੀਓ ਦੇਖਣੀ ਹੈ ਬਹੁਤ ਹੀ ਧਿਆਨ ਦੇ ਨਾਲ। ਚਲੋ ਅੱਜ ਵੀਡੀਓ ਸ਼ਾਇਦ ਥੋੜੀ ਲੰਬੀ ਹੋ ਸਕਦੀ ਹੈ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਪਹਿਲਾਂ ਤਾਂ ਸਭ ਦਾ ਹੀ ਬਹੁਤ ਧੰਨਵਾਦ ਜਿਹੜੇ ਮੇਰੇ ਨਾਲ ਜੁੜੇ ਨੇ। ਇੱਕ ਦਿਨ ਦੇ ਵਿੱਚ 100 ਤੋਂ ਵੱਧ ਸਟੂਡੈਂਟ ਆਪਣੇ ਨਾਲ ਜੁੜ ਚੁੱਕੇ ਨੇ, ਸਭ ਜੀ ਦਾ ਧੰਨਵਾਦ ਦਿਲ ਤੋਂ। ਔਰ ਦੂਸਰਾ, ਮੈਂ ਇੱਕ ਇੰਟਰੋਡਕਸ਼ਨ ਵੀਡੀਓ ਦੇ ਵਿੱਚ ਦੱਸਣਾ ਭੁੱਲ ਗਿਆ ਔਰ ਕਾਫੀ ਮੈਨੂੰ ਮੈਸੇਜ ਵੀ ਆਏ। ਇਹ ਚੈਨਲ ਬੇਸਿਕਲੀ ਮੈਂ ਉਹਨਾਂ ਸਟੂਡੈਂਟ ਵਾਸਤੇ ਬਣਾਇਆ ਜਿਨ੍ਹਾਂ ਦੇ ਇੱਕ ਤਾਂ ਮਨ ਦੇ ਵਿੱਚ ਇਹ ਹੈ ਕਿ ਆਪਾਂ ਕੋਈ ਵੀ ਅਕੈਡਮੀ ਜੁਆਇਨ ਕੀਤੇ ਬਿਨਾਂ ਪੇਪਰ ਕਲੀਅਰ ਨਹੀਂ ਕਰ ਸਕਦੇ। ਮੰਨ ਲਓ ਕਿ ਜਿਵੇਂ ਕੋਚਿੰਗ ਲਏ ਬਿਨਾਂ ਆਪਾਂ ਪੇਪਰ ਕਲੀਅਰ ਨਹੀਂ ਕਰ ਸਕਦੇ, ਠੀਕ ਹੈ ਜੀ। ਦੂਸਰਾ ਉਹਨਾਂ ਬੱਚਿਆਂ ਵਾਸਤੇ ਆ ਜਿਹੜੇ ਫਾਈਨੈਂਸ਼ਲੀ ਬਹੁਤ ਵੀਕ ਨੇ ਔਰ ਜਿਹੜੇ ਅਫੋਰਡ ਨਹੀਂ ਕਰ ਸਕਦੇ ਕੋਚਿੰਗ, ਠੀਕ ਹੈ ਜੀ। ਤਾਂ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਜ਼ਰੂਰੀ ਨਹੀਂ ਹੁੰਦਾ। ਤੁਸੀਂ ਜਿੱਥੋਂ ਵੀ ਦੇਖੋ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਤੁਸੀਂ YouTube ਹੋ ਗਿਆ, Facebook ਹੋ ਗਿਆ, WhatsApp ਹੋ ਗਿਆ, Telegram ਹੋ ਗਿਆ, ਇੰਨਾ ਕੁਛ ਹੈਗਾ। ਤੁਸੀਂ ਜਿੱਥੇ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਉਂਦਾ ਹੈ ਉਸ ਪਰਟੀਕੂਲਰ ਸਬਜੈਕਟ ਦੇ ਇੱਕ ਟੀਚਰ ਨੂੰ, ਠੀਕ ਹੈ, ਤੁਸੀਂ ਫੋਲੋ ਕਰੋ। ਦੇਖੋ, ਮੈਂ ਇੰਟਰੋਡਕਸ਼ਨ ਵੀਡੀਓ 'ਚ ਪੂਰਾ ਧਿਆਨ ਨਾਲ ਸਮਝਾਇਆ ਹੋਇਆ ਹੈ। ਜੇ ਕਿਸੇ ਨੇ ਇੰਟਰੋਡਕਸ਼ਨ ਵੀਡੀਓ ਨਹੀਂ ਦੇਖੀ ਤਾਂ ਜਾ ਕੇ ਦੁਬਾਰਾ ਇੰਟਰੋਡਕਸ਼ਨ ਵੀਡੀਓ ਦੇਖੋ ਤੇ ਤੁਹਾਨੂੰ ਪਤਾ ਚੱਲ ਜੂਗਾ ਕਿ ਆਪਣੇ ਪੜ੍ਹਨ ਦਾ ਮੈਥਡ ਕਿਵੇਂ ਆ, ਠੀਕ ਹੈ। ਤਾਂ ਹੀ ਮੈਂ ਦੇਖੋ ਚੈਨਲ ਨੂੰ ਟੈਗਲਾਈਨ ਦਿੱਤੀ ਹੈ, ਸਮਾਰਟ ਵੇ ਆਫ ਲਰਨਿੰਗ। ਦੇਖੋ, ਹਾਰਡ ਵਰਕ ਕਰਨਾ, ਪਰ ਕਰਨਾ ਆਪਾਂ ਕੀ ਆ, ਸਮਾਰਟ ਵੇ ਦੇ ਨਾਲ ਕਰਨਾ ਹੈ, ਘੱਟ ਸਮੇਂ ਦੇ ਵਿੱਚ, ਠੀਕ ਹੈ। ਮਿਹਨਤ ਕਰਨੀ ਹੈ, ਪਰ ਠੀਕ ਹੈ, ਮਿਹਨਤ ਨੂੰ ਸਹੀ ਕਰਨ ਦਾ ਤਰੀਕਾ ਸਹੀ ਕਰਨਾ ਆਪਾਂ ਆਪਣਾ। ਚਲੋ, ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਅੱਜ ਦੇ ਟੌਪਿਕ ਦੀ, ਕੰਪਿਊਟਰ ਮੈਮਰੀ ਦੀ, ਠੀਕ ਹੈ। ਕੰਪਿਊਟਰ ਮੈਮਰੀ ਔਰ ਸਟੋਰੇਜ। ਹੁਣ ਬਹੁਤ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ ਮੈਮਰੀ ਔਰ ਸਟੋਰੇਜ 'ਚ ਕੀ ਫ਼ਰਕ ਹੈ, ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਇਹੀ ਪੜ੍ਹਿਆ ਕਿ ਕੰਪਿਊਟਰ ਮੈਮਰੀ ਜਾਂ ਸਟੋਰੇਜ ਕਹਿ ਦਿਓ ਇੱਕੋ ਗੱਲ ਹੀ ਹੈ। ਚਲੋ, ਅੱਜ ਦੇ ਟੌਪਿਕ 'ਚ ਮੈਂ ਬਹੁਤ ਕੁਝ ਕਲੀਅਰ ਕਰੂੰਗਾ ਔਰ ਇਹ ਟੌਪਿਕ ਕਾਫੀ ਲੰਬਾ ਹੈ। ਇਹਦੀਆਂ 1 ਜਾਂ 2 ਜਾਂ 3 ਪਾਰਟ ਵੀ ਆ ਸਕਦੇ ਆ। ਅੱਜ ਆਪਾਂ ਕਰਨ ਜਾ ਰਹੇ ਹਾਂ ਇਹਦਾ ਪਹਿਲਾ ਪਾਰਟ। ਚਲੋ, ਜ਼ਿਆਦਾ ਟਾਈਮ ਨਾ ਥੋੜ੍ਹਾ ਲੈਂਦਾ ਹੋਇਆ ਮੈਂ ਸ਼ੁਰੂ ਕਰ ਰਿਹਾ ਹਾਂ ਕੰਪਿਊਟਰ ਮੈਮਰੀ ਦਾ ਟੌਪਿਕ। ਦੇਖੋ, ਮੈਮਰੀ ਦੀ ਗੱਲ ਕਰਦੇ ਹਾਂ ਪਹਿਲਾਂ, ਕੰਪਿਊਟਰ ਮੈਮਰੀ ਤਾਂ ਬਾਅਦ ਦੀ ਗੱਲ ਆ, ਆਪਾਂ ਮੈਮਰੀ ਦੀ ਗੱਲ ਕਰਦੇ ਹਾਂ। ਜਦੋਂ ਵੀ ਆਪਾਂ ਮੈਮਰੀ ਦੀ ਗੱਲ ਕਰਦੇ ਹਾਂ ਆਪਣੇ ਦਿਮਾਗ 'ਚ ਕੀ ਆਉਂਦਾ ਹੈ, ਆਪਣਾ ਹਿਊਮਨ ਮਾਈਂਡ ਹੀ ਆਉਂਦਾ ਨਾ, ਕਿ ਆਪਾਂ ਕੁਛ ਨਾ ਕੁਛ ਜਿਹੜੀ ਆਪਣੀਆਂ ਯਾਦਾਂ ਆਪਾਂ ਸਟੋਰ ਕਰਕੇ ਰੱਖਦੇ ਹਾਂ, ਜਾਂ ਕੋਈ ਵੀ ਗੱਲ ਜਿਹੜੀ ਆਪਾਂ ਨੂੰ ਹੁਣ ਤੱਕ ਯਾਦ ਆ, ਬਚਪਨ ਦੀ ਕੋਈ ਗੱਲ ਹੋ ਗਈ ਜਾਂ ਕੱਲ੍ਹ ਦੀ ਗੱਲ ਹੋ ਗਈ, ਠੀਕ ਹੈ। ਉਵੇਂ ਅੱਜ ਇੱਕ ਮੈਮਰੀ ਕੀ ਹੁੰਦਾ ਕਿ ਕੰਪਿਊਟਰ ਦੇ ਵਿੱਚ ਮੈਮਰੀ ਇੱਕ ਸਪੇਸ ਹੈ ਜਿੱਥੇ ਕੰਪਿਊਟਰ ਕੁਛ ਨਾ ਕੁਛ ਜਾ ਕੇ ਸਟੋਰ ਕਰਦਾ ਹੈ। ਹੁਣ ਮੈਮਰੀ ਦੇਖੋ, ਮੈਮਰੀ ਵੀ 2 ਤਰ੍ਹਾਂ ਦੀ ਹੁੰਦੀ ਹੈ। ਫਿਲਹਾਲ ਆਪਾਂ ਅਗਰ ਆਪਣੇ ਹਿਊਮਨ ਮਾਈਂਡ ਦੀ ਗੱਲ ਕਰੀਏ ਤਾਂ ਆਪਣੇ ਹਿਊਮਨ ਮਾਈਂਡ ਦੇ ਵਿੱਚ ਕਿੰਨਾ ਕੁਛ ਸਟੋਰ ਹੋ ਕੇ ਰੱਖਿਆ ਪਿਆ ਹੈ। ਪਰ ਦੇਖੋ, ਕੀ ਪਤਾ ਕਿਸੇ ਨੂੰ ਆਪਣੀ ਬਚਪਨ ਦੀ ਵੀ ਗੱਲਾਂ ਯਾਦ ਹੋਣਗੀਆਂ, ਕੀ ਪਤਾ ਉਹਨੂੰ ਕੱਲ੍ਹ ਦੀ ਗੱਲ ਵੀ ਯਾਦ ਹੋਊਗੀ, ਠੀਕ ਹੈ। ਤਾਂ ਇਹ ਤਾਂ ਹੋਗੀ ਜਿਹੜੀ ਕਿ ਪਰਮਾਨੈਂਟ ਸਟੋਰੇਜ, ਆਪਾਂ ਨੂੰ ਸਾਰਾ ਕੁਛ ਆਪਣੇ ਸਟੋਰ ਹੋ ਰੱਖਿਆ ਮਾਈਂਡ ਦੇ ਵਿੱਚ। ਪਰ ਮੰਨ ਲਓ ਹੁਣ ਕਰੰਟਲੀ ਮੈਂ ਕੀ ਕਰ ਰਿਹਾ, ਇਹ ਵੀਡੀਓ ਦੇਖ ਰਿਹਾ, ਤਾਂ ਕਰੰਟਲੀ ਮੇਰੇ ਦਿਮਾਗ 'ਚ ਕੀ ਚੱਲ ਰਿਹਾ, ਇਹ ਵੀਡੀਓ ਚੱਲ ਰਹੀ ਹੈ। ਤਾਂ ਇਹ ਕੀ ਹੋ ਗਈ, ਮੇਰੀ ਕਰੰਟ ਮੈਮਰੀ ਹੋ ਗਈ, ਠੀਕ ਹੈ, ਕਰੰਟਲੀ ਮੈਮਰੀ ਹੋ ਗਈ ਜਿਹੜੀ ਇਸ ਟਾਈਮ ਮੇਰੇ ਦਿਮਾਗ 'ਚ ਚੱਲ ਰਿਹਾ, ਠੀਕ ਹੈ। ਇੱਦਾਂ ਹੀ ਕੰਪਿਊਟਰ ਦੇ ਵਿੱਚ ਵੀ 2 ਤਰ੍ਹਾਂ ਦੀਆਂ ਮੈਮਰੀਆਂ ਹੈਗੀਆਂ, ਉਹ ਆਪਾਂ ਪੜ੍ਹਾਂਗੇ ਇਹਦੇ ਵਿੱਚ ਕਿਸ ਤਰ੍ਹਾਂ ਹੁੰਦਾ। ਫਿਲਹਾਲ ਸਿੰਪਲ ਮੈਮਰੀ ਵਰਡ ਹੁੰਦਾ ਕੀ ਹੈ, ਇਹ ਸਭ ਨੂੰ ਸਮਝ ਆ ਗਿਆ, ਠੀਕ ਹੈ ਜੀ। ਦੇਖੋ, ਜਿਵੇਂ ਮੈਂ ਵੀ ਇੱਥੇ ਦੇਖੋ ਸਿੰਪਲ ਇੱਥੇ ਤੁਹਾਡੀ ਹੈਲਪ ਵਾਸਤੇ ਲਿਖਿਆ, ਇਹਨੂੰ ਇੱਕ ਵਾਰੀ ਬਸ ਰੀਡ ਕਰ ਲਿਓ। ਰੀਡ ਕਰਨ ਦਾ ਇਹ ਫਾਇਦਾ ਹੋ ਜਾਊਗਾ ਕਿ ਤੁਹਾਡੇ ਦਿਮਾਗ 'ਚ ਰਹਿ ਜਾਏਗੀ ਗੱਲ। ਦੇਖੋ, ਪਹਿਲੀ ਲਾਈਨ ਕੀ ਲਿਖੀ ਹੋਈ ਆ ਮੈਂ, ਇਹ ਕੰਪਿਊਟਰ ਮੈਮਰੀ ਇਜ਼ ਕਹਿੰਦਾ ਜਸਟ ਲਾਈਕ ਏ ਹਿਊਮਨ ਬ੍ਰੇਨ, ਹਮ ਬੰਦੇ ਦੇ ਦਿਮਾਗ ਵਾਂਗੂ ਆ। ਕਹਿੰਦਾ ਇਟ ਇਜ਼ ਯੂਜ਼ ਟੂ ਸਟੋਰ ਡਾਟਾ ਐਂਡ ਇੰਸਟਰਕਸ਼ਨ। ਹੁਣ ਦੇਖੋ, ਡਾਟਾ ਅਤੇ ਇੰਸਟਰਕਸ਼ਨ 2 ਚੀਜ਼ਾਂ ਹੁੰਦੀਆਂ, ਠੀਕ ਹੈ। ਪਿਛਲੀ ਵੀਡੀਓ 'ਚ ਮੈਂ ਕਰਾਇਆ ਸੀ ਡਾਟਾ ਅਤੇ ਇਨਫੋਰਮੇਸ਼ਨ। ਡਾਟਾ ਸਭ ਨੂੰ ਪਤਾ ਹੈ ਰॉ ਮਟੀਰੀਅਲ ਹੁੰਦਾ। ਇੰਸਟਰਕਸ਼ਨਸ ਹੋ ਗਈਆਂ ਰਾਜੇ, ਜਿਵੇਂ ਮੰਨ ਲਓ ਮੈਂ ਇੱਕ ਡਾਟਾ ਐਂਟਰ ਕੀਤਾ 5 ਤੇ 2, ਠੀਕ ਹੈ। 5 ਤੇ 2 ਮੈਂ ਡਾਟਾ ਐਂਟਰ ਕੀਤਾ। ਹੁਣ ਮੈਂ ਕੰਪਿਊਟਰ ਨੂੰ ਕੀ ਕਹਿਤਾ ਕਿ ਮੈਂ ਕੰਪਿਊਟਰ ਨੂੰ ਕਹਿਤਾ ਇਹਨਾਂ ਦੋਵਾਂ ਨੂੰ ਪਲੱਸ ਕਰ ਦੇ। ਕੀ ਕਰਤੇ, ਪਲੱਸ ਕਰ ਦੇ। ਕੀ ਦੇਤਾ, ਮੈਂ ਇੰਸਟਰਕਸ਼ਨਸ ਦੇਤੀਆਂ। ਜਦੋਂ ਇੰਸਟਰਕਸ਼ਨ ਦੇਤੀਆਂ ਤਾਂ ਇਹ ਕੰਮ ਕਿਹਦਾ, ਅਰਥਮੈਟਿਕ ਯੂਨਿਟ ਦਾ ਹੈ, ਉਹ ਮੈਂ ਕਰਾਊਂਗਾ, ਠੀਕ ਹੈ। CPU ਦੇ ਵਿੱਚ ਪੂਰਾ ਡਿਟੇਲ 'ਚ ਕਰਾਊਂਗਾ। 5 + 2 ਕਿੰਨਾ ਹੋ ਗਿਆ, 7। ਤਾਂ ਕਿਹਨੇ ਇੰਸਟਰਕਸ਼ਨ ਦਿੱਤੀ, ਕੰਪਿਊਟਰ ਨੂੰ, ਠੀਕ ਹੈ। ਤਾਂ ਇਸ ਤਰ੍ਹਾਂ ਕੰਪਿਊਟਰ ਨੇ ਇੰਸਟਰਕਸ਼ਨਸ ਨੂੰ ਫੋਲੋ ਕੀਤਾ। ਤਾਂ ਸਮਝ ਪਤਾ ਲੱਗ ਗਈ ਕਿ ਇੰਸਟਰਕਸ਼ਨਸ ਹੁੰਦੀ ਕੀ ਹੈ। ਡਾਟਾ ਤੁਹਾਨੂੰ ਮੈਂ ਦੱਸਦਾ ਸੀਗਾ, ਠੀਕ ਹੈ। ਇੰਸਟਰਕਸ਼ਨ CPU ਹੀ ਦਿੰਦਾ ਹੈ, ਠੀਕ ਹੈ, ਕਿ ਕੀ ਮਤਲਬ ALU ਦੇ ਵਿੱਚ ਕੀ ਕੰਮ ਹੋਣਾ। ਓਕੇ, ਪਹਿਲੀ ਲਾਈਨ ਕਲੀਅਰ ਸਭ ਨੂੰ। ਮੈਮਰੀ ਕੀ ਹੁੰਦੀ ਹੈ, ਹਿਊਮਨ ਮਾਈਂਡ ਵਾਂਗ ਹੁੰਦੀ ਹੈ ਜਿਹਦੇ ਵਿੱਚ ਸਟੋਰ ਹੁੰਦੇ ਆ ਡਾਟਾ ਅਤੇ ਇੰਸਟਰਕਸ਼ਨਸ, ਠੀਕ ਹੈ ਜੀ। ਸੈਕਿੰਡ ਚੀਜ਼ ਕੀ ਕਹਿੰਦਾ ਉਹ, ਕੰਪਿਊਟਰ ਮੈਮਰੀ ਕੀ ਕਹਿੰਦਾ, ਇਜ਼ ਏ ਸਟੋਰੇਜ ਸਪੇਸ in computer where data is to be processed and instructions required for processing are store। ਦੇਖੋ, ਇਹਦੇ ਵਿੱਚ ਜ਼ਿਆਦਾ ਤੁਸੀਂ ਸਮਝਣ ਦੀ ਜ਼ਰੂਰਤ ਨਹੀਂ ਹੈ, ਚਾਹੇ ਇਹਨੂੰ ਨਾ ਪੜ੍ਹਿਓ। ਇਹ ਟੈਕਨੀਕਲ ਟਰਮ ਹੈ। ਟੈਕਨੀਕਲ ਟਰਮ ਕੀ ਹੈ, ਕਹਿੰਦਾ ਕੰਪਿਊਟਰ ਮੈਮਰੀ ਕੀ ਹੈ, ਜਿੱਥੇ ਸਟੋਰੇਜ ਸਪੇਸ ਹੈ, ਜਿੱਥੇ ਡਾਟਾ ਕੀ ਹੁੰਦਾ, ਪ੍ਰੋਸੈਸਡ ਹੁੰਦਾ। ਦੇਖੋ, ਹੁਣ 5 + 2 ਕਿਤੇ ਨਾ ਕਿਤੇ ਜਾ ਕੇ ਤਾਂ ਪਲੱਸ ਹੋਇਆ ਹੀ ਹੋਊਗਾ,
ਤੇ ਜਦੋਂ ਪਲੱਸ ਹੋਣਾ ਤਾਂ ਉਹਨੇ ਕੀ ਨਾ ਕੀ ਮੈਮਰੀ ਤਾਂ ਲੈਣੀ ਨਾ, ਕਿਤੇ ਨਾ ਕਿਤੇ ਸਟੋਰ ਹੋਊਗਾ। ਤਾਂ ਪ੍ਰੋਸੈਸਡ ਹੋਣ ਦੇ ਟਾਈਮ ਵੀ ਉਹਨੇ ਮੈਮਰੀ ਲਈ, ਐਂਟਰ ਹੋਣ ਦੇ ਟਾਈਮ ਵੀ ਉਹਨੇ ਮੈਮਰੀ ਲਈ, ਜਦੋਂ ਆਊਟਪੁੱਟ ਹੋਏਗੀ ਉਦੋਂ ਵੀ ਮੈਮਰੀ ਲਊਗਾ। ਇਹ ਮੈਂ ਸਮਝਾ ਦੂੰਗਾ ਤੁਹਾਨੂੰ ਕੀ ਪ੍ਰੋਸੈਸ ਹੁੰਦਾ ਹੈ। ਫਿਰ ਫਿਲਹਾਲ ਤੁਸੀਂ ਯਾਦ ਰੱਖਣਾ, ਮਤਲਬ ਪਹਿਲੀ ਲਾਈਨ ਤੁਸੀਂ ਯਾਦ ਰੱਖਿਓ, ਦੂਜੀ 'ਚ ਅਗਰ ਨਹੀਂ ਸਮਝ ਆਈ ਤਾਂ ਕੋਈ ਚੱਕਰ ਨਹੀਂਗਾ, ਠੀਕ ਹੈ। ਤੁਹਾਨੂੰ ਮੈਂ ਦੱਸਤਾ ਕਿ ਉਹਦਾ ਡਾਟਾ ਜਦੋਂ ਪ੍ਰੋਸੈਸਡ ਹੋਏਗਾ ਉਦੋਂ ਵੀ ਮੈਮਰੀ ਲਏਗਾ, ਤੇ ਜਦੋਂ ਆਪਣਾ ਰਿਜ਼ਲਟ ਬਣੇਗਾ ਉਦੋਂ ਵੀ ਮੈਮਰੀ ਲਊਗਾ। ਕਲੀਅਰ ਹੈ ਜੀ। ਉਸ ਤੋਂ ਬਾਅਦ ਦੇਖੋ ਨੈਕਸਟ ਉਹੀ ਗੱਲ ਆ ਗਈ ਜਿਹੜੀ ਤੁਸੀਂ ਸਭ ਨੇ ਪੜ੍ਹੀ ਹੋਏਗੀ ਮੋਸਟਲੀ, ਕਹਿੰਦਾ ਕੰਪਿਊਟਰ ਮੈਮਰੀ ਕੀ ਹੋਇਆ, ਡਿਵਾਈਡ ਕੀਤੀ ਹੋਈ ਹੈ ਕਿੰਨੇ ਟਾਈਪ 'ਚ, 2 ਟਾਈਪ ਦੇ ਵਿੱਚ। ਫਸਟ ਹੈਗੀ ਹੈ ਪ੍ਰਾਇਮਰੀ ਮੈਮਰੀ, ਸੈਕੰਡ ਹੈਗੀ ਹੈ ਸੈਕੰਡਰੀ ਮੈਮਰੀ। ਵੋਲੇਟਾਈਲ ਨੋਨ ਵੋਲੇਟਾਈਲ ਬਾਅਦ ਦੀਆਂ ਗੱਲਾਂ, ਉਹ ਬਾਅਦ 'ਚ ਕਰਾਂਗੇ। ਪ੍ਰਾਇਮਰੀ ਤੇ ਸੈਕੰਡਰੀ ਮੈਮਰੀ, ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਹਿਊਮਨ ਮਾਈਂਡ ਦੇ ਵਿੱਚ ਵੀ 2 ਤਰ੍ਹਾਂ ਦੀਆਂ ਮੈਮਰੀ ਹੁੰਦੀਆਂ, ਜਿਹੜੀ ਕਰੰਟਲੀ ਚੱਲ ਰਹੀ ਹੈ ਤੇ ਜਿਹੜੀ ਸਟੋਰ ਹੋ ਕੇ ਰੱਖੀ ਪਈ ਹੈ, ਠੀਕ ਹੈ ਜੀ। ਇੱਥੇ ਤੱਕ ਆਪਣਾ ਹੋ ਗਿਆ ਕਲੀਅਰ। ਨੈਕਸਟ ਚੱਲਦੇ ਹਾਂ ਆਪਾਂ ਅਗਲੀ ਸਲਾਈਡ ਦੇ ਵੱਲ। ਹਾਂਜੀ, ਇਹ ਹੈ ਜੀ ਸਭ ਤੋਂ ਮੇਨ ਚੀਜ਼। ਇਹ ਦੇਖੋ ਮੈਮਰੀ ਵਰਸਸ ਸਟੋਰੇਜ। ਹੁਣ ਜ਼ਿਆਦਾਤਰ ਸਟੂਡੈਂਟ ਨੂੰ ਤਾਂ ਪਤਾ ਕੀ ਹੋਣਾ, ਟੀਚਰਾਂ ਨੂੰ ਨਹੀਂ ਪਤਾ। ਟੀਚਰ ਵੀ ਸਾਰੇ ਗਲਤ ਕਰਾਈ ਜਾ ਰਹੇ, ਬਹੁਤ ਮੈਂ ਦੇਖਿਆ YouTube ਦੇ ਉੱਪਰ ਚੈਨਲ, ਉੱਥੇ ਕੀ ਕਰਾਈ ਜਾ ਰਹੇ, ਉਹ ਮੈਮਰੀ ਨੂੰ ਸਟੋਰੇਜ ਕਹੀ ਜਾ ਰਹੇ ਆ ਕਿ ਮੈਮਰੀ ਸਟੋਰੇਜ 'ਚ ਕੋਈ ਫਰਕ ਨਹੀਂ ਹੁੰਦਾ। ਤਾਂ ਮੈਂ ਉਹ ਸਭ ਰੋਂਗ ਨੇ, ਠੀਕ ਹੈ। ਰੋਂਗ ਕਿਉਂ ਨੇ ਤੁਹਾਨੂੰ ਮੈਂ ਉਹਦੀ ਲਾਈਵ ਐਗਜ਼ਾਮਪਲ ਦਿੰਦਾ। ਐਗਜ਼ਾਮਪਲ ਕੀ ਹੈ ਰਾਜੇ, ਤੁਹਾਡੇ ਸ਼ਾਇਦ ਇਹ ਜਿਹੜਾ ਇਹ ਕੁਐਸਚਨ ਜਿਹੜਾ ਮੈਂ ਇੱਥੇ ਦੇਖੋ ਸਕਰੀਨਸ਼ਾਟ ਤੁਹਾਨੂੰ ਪਾਇਆ ਹੋਇਆ, ਇਹ ਕਿਸੇ PCL ਦਾ ਮੈਨੂੰ ਲੱਗਦਾ ਕਿ ਪੰਚਾਇਤ ਸੈਕਟਰੀ ਦੇ ਪੇਪਰ ਦੇ ਵਿੱਚ ਆਇਆ ਸੀਗਾ। ਦੇਖੋ ਬਹੁਤ ਵਧੀਆ ਕੁਐਸਚਨ ਔਰ ਬਹੁਤ ਵਾਰੀ ਰਿਪੀਟ ਹੁੰਦਾ। ਕੀ ਕਹਿੰਦਾ, ਵਟ ਇਜ਼ ਦਾ ਡਿਫਰੈਂਸ ਬਿਟਵੀਨ ਮੈਮਰੀ ਐਂਡ ਸਟੋਰੇਜ। ਦੇਖੋ ਜਿਹੜੇ ਬੱਚੇ ਨੂੰ ਇਹ ਨਹੀਂ ਪਤਾ ਹੋਊਗਾ ਕਿ ਮੈਮਰੀ ਤੇ ਸਟੋਰੇਜ 'ਚ ਫਰਕ ਕੀ ਹੈ, ਜੇ ਉਹਨੂੰ ਇਹੀ ਪੜ੍ਹਾਇਆ ਹੋਊਗਾ ਕਿ ਮੈਮਰੀ ਨੂੰ ਸਟੋਰੇਜ ਕਹਿੰਦੇ ਆ, ਉਹ ਕਿੱਥੇ ਆਨਸਰ ਦੇ ਲੂਗਾ ਇਸ ਦਾ, ਠੀਕ ਹੈ। ਤਾਂ ਆਪਾਂ ਅੱਜ ਦੀ ਵੀਡੀਓ 'ਚ ਇਹ ਪੜ੍ਹਾਂਗੇ ਕਿ ਮੈਮਰੀ ਸਟੋਰੇਜ ਹੁੰਦੀ ਕੀ ਹੈ। ਤੁਹਾਨੂੰ ਫਿਰ ਵੀ ਮੈਂ ਇੱਕ ਹਿੰਟ ਦੇ ਦਿੰਦਾ। ਹਿੰਟ ਕੀ ਹੈ ਰਾਜੇ, ਜਿਹੜੀ ਮੈਮਰੀ ਹੁੰਦੀ ਆ ਉਹ ਟੈਂਪਰੇਰੀ ਹੁੰਦੀ ਆ। ਟੈਂਪਰੇਰੀ ਜਿਵੇਂ ਆਪਾਂ ਮੋਬਾਈਲ ਦੇ ਵਿੱਚ ਵੀ ਆਪਾਂ ਮੈਮਰੀ ਕਹਿੰਦੇ ਨਾ ਕਿ ਆਪਾਂ ਇੰਟਰਨਲ ਐਕਸਟਰਨਲ ਬੋਲ ਦਿੰਦੇ ਆ ਕਿ ਇੰਟਰਨਲ ਮੈਮਰੀ ਕਿੰਨੀ ਆ, ਐਕਸਟਰਨਲ ਮੈਮਰੀ ਕਿੰਨੀ ਹੈ, ਠੀਕ ਹੈ। ਤਾਂ ਜਿਹੜੀ ਮੈਮਰੀ ਟੈਂਪਰੇਰੀ ਹੁੰਦੀ ਹੈ, ਠੀਕ ਹੈ, ਕੁਛ ਦੇਰ ਵਾਸਤੇ ਉਹਦੇ 'ਚ ਡਾਟਾ ਆਉਂਦਾ ਹੈ, ਉਸ ਤੋਂ ਬਾਅਦ ਕੀ ਡਾਟਾ ਰੀਫਰੈਸ਼ ਹੋ ਜਾਂਦਾ, ਉਹਨੂੰ ਕਹਿੰਦੇ ਆ ਮੈਮਰੀ। ਤੇ ਸਟੋਰੇਜ ਹੁੰਦੀ ਹੈ ਜਿੱਥੇ ਪਰਮਾਨੈਂਟ ਸਟੋਰ ਹੋ ਗਿਆ। ਦੇਖੋ ਸਟੋਰੇਜ ਬਣਿਆ ਸਟੋਰ ਤੋਂ ਆ। ਸਟੋਰ ਆਪਾਂ ਸਮਝਦੇ ਨਾ ਕਿ ਸਟੋਰ ਕੀ ਹੁੰਦਾ, ਘਰਾਂ 'ਚ ਸਟੋਰ ਹੁੰਦੇ ਆਪਣੇ, ਠੀਕ ਹੈ। ਸਟੋਰ ਦੇ ਵਿੱਚ ਕੀ ਕਰਦੇ ਆਪਾਂ, ਕੋਈ ਚੀਜ਼ ਪਰਮਾਨੈਂਟ ਰੱਖ ਦਿੰਦੇ ਆ, ਫਾਲਤੂ ਚੀਜ਼। ਤਾਂ ਉਵੇਂ ਜਿਹੜੀ ਕੋਈ ਚੀਜ਼ ਆਪਾਂ ਬਾਅਦ 'ਚ ਯੂਜ਼ ਕਰਨੀ, ਉਹਨੂੰ ਸਟੋਰ ਕਰਕੇ ਰੱਖਤਾ, ਉਹਨੂੰ ਕੀ ਕਹਿੰਦੇ ਆ, ਸਟੋਰੇਜ ਕਹਿੰਦੇ ਆ, ਠੀਕ ਹੈ ਜੀ। ਹੁਣ ਇਸ ਕੁਐਸਚਨ ਦਾ ਆਨਸਰ ਕੀ ਹੈ, ਕਹਿੰਦਾ ਪਹਿਲੀ ਆਪਸ਼ਨ ਪੜ੍ਹੋ। ਕੀ ਕਹਿੰਦਾ, ਮੈਮਰੀ ਇਜ਼ ਏ ਸਲੋ ਐਂਡ ਸਟੋਰੇਜ ਇਜ਼ ਏ ਫਾਸਟ, ਠੀਕ ਹੈ ਜੀ। ਇਹ ਗਲਤ ਹੈ, ਠੀਕ ਹੈ। ਮੈਮਰੀ ਇਜ਼ ਟੈਂਪਰੇਰੀ ਐਂਡ ਸਟੋਰੇਜ ਇਜ਼ ਪਰਮਾਨੈਂਟ, ਠੀਕ ਹੈ ਜੀ। ਇਹ ਹੋ ਗਿਆ ਤੁਹਾਡਾ ਸਹੀ, ਕਿਉਂਕਿ ਮੈਮਰੀ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਕੀ ਹੁੰਦੀ ਹੈ, ਟੈਂਪਰੇਰੀ ਹੁੰਦੀ ਹੈ, ਤੇ ਸਟੋਰੇਜ ਕੀ ਹੁੰਦੀ ਹੈ, ਪਰਮਾਨੈਂਟ ਹੁੰਦੀ ਹੈ। ਕਲੀਅਰ ਹੈ ਜੀ। ਦੇਖੋ ਇੱਦਾਂ ਪੜ੍ਹੋਗੇ ਰਾਜੇ, ਪਿਛਲੇ ਕੁਐਸਚਨ ਕਰੋ ਜਿੰਨੇ ਕਰ ਸਕਦੇ ਹੋ, ਕਿਉਂਕਿ ਮੋਸਟਲੀ ਕੁਐਸਚਨ ਰਿਪੀਟ ਹੁੰਦੇ ਆ। ਤੇ ਬਾਕੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਤੁਸੀਂ ਮੇਰੀ ਵੀਡੀਓ ਫੋਲੋ ਕਰਦੇ ਰਹੋ। ਇੱਕ ਹੋਰ ਮੈਂ ਅਨਾਉਂਸਮੈਂਟ ਕਰਨੀ ਆ, ਮੈਨੂੰ ਯਾਦ ਆ ਗਿਆ। ਇੱਕ ਮੈਨੂੰ ਬੱਚਿਆਂ ਦੇ ਕਾਫੀ ਮੈਸੇਜ ਆਏ ਕਿ ਸਰ ਡੇਲੀ ਵੀਡੀਓ ਪਾਓ ਪਲੀਜ਼। ਮੇਰੀ ਰਿਕੁਐਸਟ ਹੈ ਕਿ ਹਜੇ ਫਿਲਹਾਲ ਇੱਕ ਪ੍ਰੋਬਲਮ ਮੇਰੀ ਚੱਲ ਰਹੀ ਹੈ ਕਿ ਮੇਰਾ ਲੈਪਟਾਪ ਮੇਰੇ ਕੋਲ ਹੈ ਨਹੀਂ, ਲੈਪਟਾਪ ਇਸ ਟਾਈਮ ਮੇਰੇ ਕੋਲ ਹੈ ਨਹੀਂ, ਮੋਬਾਈਲ 'ਤੇ ਬਹੁਤ ਟਾਈਮ ਲੱਗਦਾ ਹੈ, ਬਹੁਤ ਟਾਈਮ ਐਡੀਟਿੰਗ ਕਰਨੀ ਪੈਂਦੀ ਹੈ, ਫਿਰ ਰਿਕਾਰਡਿੰਗ ਕਰਨੀ ਪੈਂਦੀ ਹੈ, ਠੀਕ ਹੈ। ਫਿਰ ਉਹਦੇ ਵਿੱਚ ਕੁਐਸਚਨ ਵੀ ਲਗਾਉਣੇ ਪੈਂਦੇ ਆ। ਇਸ ਕਰਕੇ ਪਲੀਜ਼ ਇੱਕ ਹਫ਼ਤਾ ਮੇਰੇ ਨਾਲ ਕੋਆਪਰੇਟ ਕਰੋ ਤੁਸੀਂ, ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਡੇਲੀ 2 ਜਾਂ 3 ਵੀਡੀਓ ਮਿਲਿਆ ਕਰਨਗੀਆਂ। ਲੈਪਟਾਪ ਦਾ ਅਰੇਂਜਮੈਂਟ ਮੈਂ ਕਰ ਰਿਹਾ, ਠੀਕ ਹੈ। ਤਾਂ ਤੁਹਾਨੂੰ ਵਰੀ ਕਰਨ ਦੀ ਜ਼ਰੂਰਤ ਨਹੀਂ ਹੈ, ਬਟ ਵਾਰੀ ਤੋਂ ਪਹਿਲਾਂ ਤੁਹਾਨੂੰ ਮੈਂ ਕੰਪਿਊਟਰ ਰਟਾ ਦੂੰਗਾ, ਔਰ ਤੁਹਾਡੇ 10 ਤੋਂ 9 ਜਾਂ 8 ਕੁਐਸਚਨ ਪੱਕਾ 100% ਮੇਰੀ ਗਰੰਟੀ ਹੈ, ਠੀਕ ਹੈ ਜੀ। ਚਲੋ ਸਭ ਨੂੰ ਕਲੀਅਰ ਹੈ ਮੈਮਰੀ ਤੇ ਸਟੋਰੇਜ। ਨੈਕਸਟ ਆਪਾਂ ਚੱਲਦੇ ਹਾਂ। ਦੇਖੋ ਨੈਕਸਟ ਸਲਾਈਡ ਦੇ ਵਿੱਚ ਕੀ ਕਹਿੰਦਾ, ਦੇਖੋ ਇਹ ਵੀ ਬਹੁਤ ਇੰਪੋਰਟੈਂਟ ਹੈ, ਮੈਜ਼ਰਿੰਗ ਯੂਨਿਟ। ਹੁਣ ਦੇਖੋ ਮੈਮਰੀ ਬਾਅਦ ਚੱਲ ਗਈ ਆਪਾਂ ਨੂੰ ਹੁੰਦੀ ਕੀ ਹੈ, ਲੇਕਿਨ ਕੰਪਿਊਟਰ ਦੇ ਵਿੱਚ ਮੈਮਰੀ ਨੂੰ ਕਿੱਦਾਂ ਮੈਜ਼ਰ ਕਰਦੇ ਆ, ਮੈਂ ਕੱਲ੍ਹ ਦੀ ਵੀਡੀਓ 'ਚ ਦੱਸਿਆ ਸੀਗਾ। ਜੋ ਆਪਣੀ ਪਹਿਲਾ ਵੀਡੀਓ ਆਈ ਹੈ ਕੰਪਿਊਟਰ ਪਾਰਟ 1, ਜਿਹਨੇ ਨਹੀਂ ਦੇਖੀ ਪਲੀਜ਼ ਉਹ ਦੇਖ ਲਓ। ਮੈਂ ਦੱਸਿਆ ਸੀ ਕੰਪਿਊਟਰ ਕਿਹਦੇ ਉੱਪਰ ਕੰਮ ਕਰਦਾ, ਬਾਈਨਰੀ ਦੇ ਉੱਪਰ। ਬਾਈਨਰੀ ਕੀ ਹੁੰਦਾ, 0 ਤੇ 1। 0 1 ਨੂੰ ਕੀ ਬੋਲਦੇ ਆ ਆਪਾਂ, ਬਿਟਸ ਬੋਲਦੇ ਆ। ਸਿੰਗਲ ਜਿਵੇਂ 0 ਕੀ ਹੋ ਗਈ, ਇੱਕ ਬਿਟ ਹੋ ਗਈ, ਠੀਕ ਹੈ। ਤਾਂ 2 ਚੀਜ਼ਾਂ ਹੋ ਗਈਆਂ, ਤਾਂ ਕੀ ਹੋ ਗਿਆ, ਬਿਟਸ ਹੋ ਗਈਆਂ। 0 ਤੇ 1 ਕੀ ਹੋ ਗਈਆਂ, ਬਿਟਸ ਹੋ ਗਈਆਂ, ਠੀਕ ਹੈ। ਇਹ ਕਲੀਅਰ ਹੈ। 0 ਦਾ ਮਤਲਬ ਕੀ ਹੁੰਦਾ ਸੀਗਾ, ਆਫ, ਤੇ 1 ਦਾ ਮਤਲਬ ਕੀ ਹੁੰਦਾ, ਔਨ, ਠੀਕ ਹੈ। ਉਸ ਤੋਂ ਬਾਅਦ ਆਪਾਂ ਵਰਡ ਦੀ ਗੱਲ ਕਰਦੇ ਹਾਂ, ਵਰਡ ਕਰਦੇ ਹਾਂ ਬਾਅਦ 'ਚ। ਉਸ ਤੋਂ ਪਹਿਲਾਂ ਕੀ ਹੈ, ਹੁਣ ਦੇਖੋ ਬਿਟਸ ਹੋ ਗਈਆਂ, 0 ਤੇ 1 ਦੀ ਫਾਰਮ 'ਚ ਕੰਮ ਕਰਦਾ। ਤਾਂ ਮੰਨ ਲਓ ਮੈਂ ਕੁਛ ਵੀ, ਅਗਰ ਮੰਨ ਲਓ ਸਪੋਜ਼ ਮੈਂ ਕੋਈ ਵੀ ਨਾਮ ਲਿਖਤਾ, ਉਹਦਾ ਐਂਟਰ ਕਰਤਾ, ਬਲਜਿੰਦਰ ਕਰਤਾ, ਜਾਂ ਮੈਂ 20 ਨੰਬਰ ਐਂਟਰ ਕਰਤਾ। 20 ਕੰਪਿਊਟਰ ਨੂੰ ਨਹੀਂ ਪਤਾ ਚੱਲਣਾ, ਉਹ ਮੰਨ ਲਓ ਕੀ ਪਤਾ ਇਹਨੂੰ ਕਨਵਰਟ ਕਰ ਦੂਗਾ, ਇੱਦਾਂ ਕਨਵਰਟ ਕਰ ਦੂਗਾ ਇਹ ਕਿਸੇ ਵੀ ਫਾਰਮ ਦੇ ਵਿੱਚ। ਇਹਨੂੰ ਕਹਿੰਦੇ ਬਾਈਨਰੀ ਫਾਰਮ, ਠੀਕ ਹੈ ਜੀ। ਬਾਈਨਰੀ ਫਾਰਮ ਹੁਣ ਸਟੋਰ ਹੁੰਦੀ ਹੈ ਕੰਪਿਊਟਰ ਦੇ ਵਿੱਚ, ਮੈਮਰੀ ਦੇ ਵਿੱਚ। ਹੁਣ ਉਹ ਜਦੋਂ ਸਟੋਰ ਹੁੰਦੀ ਹੈ ਤਾਂ ਉਹ ਕਿੱਦਾਂ ਸਟੋਰ ਹੁੰਦੀ ਆ, ਬਿਟਸ ਦੀ ਫਾਰਮ 'ਚ ਸਟੋਰ ਹੁੰਦੀ। ਦੇਖੋ 1 ਅਲੱਗ ਬਿਟ ਹੈ, ਫਿਰ 1 ਬਿਟ ਹੈ, ਫਿਰ 0 ਬਿਟ ਹੈ, ਫਿਰ 0 ਬਿਟ ਹੈ, ਫਿਰ 1 ਬਿਟ ਹੈ, ਫਿਰ 1 ਬਿਟ ਹੈ। ਕਲੀਅਰ ਹੈ। ਇਸ ਕਰਕੇ ਮੈਮਰੀ ਹਮੇਸ਼ਾ ਕਿਹਦੇ ਵਿੱਚ, ਕੰਪਿਊਟਰ ਦੀ ਮੈਮਰੀ ਹਮੇਸ਼ਾ ਕਿਹਦੇ ਵਿੱਚ, ਠੀਕ ਹੈ, ਮਾਪੀ ਜਾਂਦੀ ਹੈ ਬਿਟ ਦੀ ਫਾਰਮ ਦੇ ਵਿੱਚ। ਕਲੀਅਰ ਹੈ ਜੀ ਸਭ ਨੂੰ। ਹੁਣ ਦੇਖੋ ਚੱਲਦੇ ਹਾਂ। ਇਹ ਦੇਖੋ ਇਹਦੇ ਵਿੱਚ ਕੁਐਸਚਨ ਹੁਣ ਤਾਂ ਘੱਟ ਆਉਂਦਾ, ਲੇਕਿਨ ਪਰ ਕਾਫੀ ਵਾਰ ਕੁਐਸਚਨ ਆਇਆ ਹੋਇਆ ਇਹਦੇ ਵਿੱਚ,
ਠੀਕ ਹੈ। ਪੁੱਛ ਲੈਂਦੇ ਕਿਲੋ ਬਾਈਟ ਕਿੰਨੀ ਹੁੰਦੀਆਂ, ਇੱਕ ਬਾਈਟ ਦੇ ਵਿੱਚ ਕਿੰਨੀਆਂ ਬਿਟਸ ਹੁੰਦੀਆਂ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਬਿਟ ਹੁੰਦੀ ਕੀ ਆ। ਹੁਣ ਗੱਲ ਕਰਦੇ ਆ ਬਾਈਟਸ ਦੀ, ਇਹ ਕੁਐਸਚਨ ਕਈ ਵਾਰ ਆਉਂਦਾ ਹੈ। ਹੁਣ ਬਾਈਟਸ ਕੀ ਹੁੰਦਾ, ਬਾਈਟਸ ਹੁੰਦਾ 8 ਬਿਟ ਨੂੰ ਮਿਲਾ ਦਈਏ, ਮੰਨ ਲਓ 1 2 3 4 5 6 7 8, ਜਦੋਂ ਇਹਨੂੰ ਮਿਲਾਤਾ 8 ਨੂੰ ਤਾਂ ਕੀ ਬਣ ਗਿਆ, ਇੱਕ ਬਾਈਟ ਬਣ ਗਿਆ, ਬਾਈਟ, ਠੀਕ ਹੈ। ਬਿਟ ਤੇ ਬਾਈਟ 'ਚ ਫਰਕ ਹੈ, ਇੱਕ ਬਾਈਟ ਬਣ ਗਿਆ, ਕਲੀਅਰ ਹੈ। 8 ਬਿਟ ਨੂੰ ਮਿਲਾਉਣ ਤੋਂ ਬਾਅਦ ਕੀ ਬਣ ਜਾਊਗਾ, ਇੱਕ ਬਾਈਟ ਬਣ ਜਾਊਗਾ, ਓਕੇ ਜੀ। ਹੁਣ ਦੇਖੋ ਗੱਲ ਕਰਦੇ ਹਾਂ ਕਿਲੋ ਦੀ। ਆਪਾਂ ਅਗਰ ਦੇਸੀ ਆਪਣੇ ਡੇਲੀ ਲਾਈਫ 'ਚ ਗੱਲ ਕਰੀਏ, ਕਿਲੋ ਕਿਹਨੂੰ ਕਹਿੰਦੇ ਆ, ਕਿਲੋ ਕਹਿੰਦੇ ਆ 1000 ਨੂੰ, ਹੈ ਨਾ, 1000 ਨੂੰ, 1000 ਗ੍ਰਾਮ ਨੂੰ 1 kg ਕਹਿੰਦੇ ਆ ਨਾ। ਪਰ ਕੰਪਿਊਟਰ ਦੇ ਵਿੱਚ ਕੀ ਹੁੰਦਾ ਹੈ, 1000 ਨਹੀਂ ਹੁੰਦਾ ਗਾ। ਜੇ ਮੰਨ ਲਓ ਮੈਂ ਕਿਲੋ ਬਾਈਟ ਦੀ ਇੱਕ ਗੱਲ ਕਰਾਂ ਕਿ 1 ਕਿਲੋ ਬਾਈਟ ਮੈਂ ਇਹ 'ਚ ਲਿਖਣਾ ਹੋਵੇ 1 ਕਿਲੋ ਬਾਈਟ, ਤਾਂ ਮੈਂ 1000 ਨਹੀਂ ਲਿਖੂੰਗਾ, ਇਹ ਨਹੀਂ ਲਿਖੂੰਗਾ ਕਿ 1000 ਬਾਈਟ, ਠੀਕ ਹੈ। ਉਹ ਮੈਂ ਕਿਉਂ ਨਹੀਂ ਲਿਖ ਸਕਦਾ, ਤੁਹਾਨੂੰ ਮੈਂ ਉਹਦੇ ਰੀਜ਼ਨ ਦੱਸਦਾ। ਕੰਪਿਊਟਰ ਦੇ ਵਿੱਚ ਥੋੜ੍ਹੀ ਜਿਹੀ ਮੈਮਰੀ ਦੇ ਟਰਮ ਅਲੱਗ ਹੁੰਦੀਆਂ, ਉਹਦੇ ਵਾਸਤੇ ਕੀ ਹੁੰਦਾ 1024, ਬਸ 1000 ਦੀ ਜਗ੍ਹਾ 'ਤੇ 1024 ਬਾਈਟਸ, ਠੀਕ ਹੈ। ਅਗਰ 1 ਕਿਲੋ ਬਾਈਟ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਆ 1024 ਬਾਈਟਸ ਹੈ, ਠੀਕ ਹੈ, ਕਲੀਅਰ ਹੈ। ਕਿਲੋ ਸਮਝ ਆ ਗਿਆ, ਬਾਈਟ ਸਮਝ ਆ ਗਿਆ, ਕਿਲੋ ਬਾਈਟ ਸਮਝ ਆ ਗਿਆ। ਹੁਣ ਕਿਲੋ ਬਾਈਟ ਤੋਂ ਬਾਅਦ ਅਗਲੀ ਟਰਮ ਆ ਗਈ ਮੈਗਾਬਾਈਟ। ਮੈਗਾਬਾਈਟ ਦੇ ਵਿੱਚ ਕੀ ਹੁੰਦਾ 1000 ਕਿਲੋ ਬਾਈਟ ਹੁੰਦੇ ਆ, ਉਸ ਤੋਂ ਵੱਡੀ ਟਰਮ ਆ ਮੈਗਾ। ਦੇਖੋ ਕਿਲੋ ਸਭ ਤੋਂ ਛੋਟਾ ਬਿਟ, ਬਿਟ ਤੋਂ ਬਾਅਦ ਬਾਈਟ, ਬਾਈਟ ਤੋਂ ਬਾਅਦ ਦੇਖੋ ਕਿਲੋ ਬਾਈਟ ਆ ਗਿਆ, ਕਿਲੋ ਬਾਈਟ ਤੋਂ ਬਾਅਦ ਆ ਗਿਆ ਮੈਗਾਬਾਈਟ। ਹੁਣ ਅਗਰ ਮੈਗਾ ਤੋਂ ਬਾਅਦ ਮੈਂ ਗੱਲ ਕਰਾਂ ਗੀਗਾ ਦੀ, ਗੀਗਾਬਾਈਟ, ਜਿਵੇਂ GB 'ਚ ਕਹਿੰਦੇ ਨਾ 8 GB ਮੋਬਾਈਲ ਲੈਣਾ ਜੀ, ਮੈਂ 4 GB ਉਹਦੀ ਮੈਮਰੀ ਹੋਏਗੀ, 16 GB ਲੈਣਾ, 32 GB ਲੈਣਾ, ਤਾਂ ਗੀਗਾਬਾਈਟ ਚੱਲ ਰਿਹਾ, ਠੀਕ ਹੈ। ਗੀਗਾਬਾਈਟ ਦੇ ਵਿੱਚ ਕੀ ਹੈ 1024 ਮੈਗਾਬਾਈਟ। ਇਸ ਤੋਂ ਬਾਅਦ ਟੈਰਾਬਾਈਟ, ਜੀਟਾਬਾਈਟ, ਪੀਟਾਬਾਈਟ, ਬਹੁਤ ਕੁਝ ਹੁੰਦਾ ਹੈ। ਪਰ ਆਪਾਂ ਕੀ ਪੜ੍ਹਨਾ ਜਿਹੜਾ ਮਾਡਰਨ ਚੱਲ ਰਿਹਾ, ਜਿਹੜਾ ਹੁਣ ਤੱਕ ਚੱਲ ਰਿਹਾ, ਠੀਕ ਹੈ। ਕਿਹੜਾ ਚੱਲ ਰਿਹਾ, ਗੀਗਾਬਾਈਟ ਚੱਲ ਰਿਹਾ, ਠੀਕ ਹੈ। ਕੁਐਸਚਨ ਪੇਪਰ 'ਚ ਕੀ ਪੁੱਛ ਲੈਂਦੇ ਆ ਕਿ 1 GB ਕਿਹਦੇ ਇਕੁਅਲ ਹੈ, 1 GB ਕਿਹਦੇ ਇਕੁਅਲ ਹੈ, ਤਾਂ ਤੁਹਾਨੂੰ ਪਤਾ ਹੀ ਹੈ ਕਿਹਦੇ ਇਕੁਅਲ ਹੋਏਗਾ, ਗੀਗਾਬਾਈਟ ਤੋਂ ਪਹਿਲਾਂ ਕੀ ਹੈ ਮੈਗਾਬਾਈਟ ਹੈ, ਤਾਂ 1024 ਤਾਂ ਯਾਦ ਰੱਖਣਾ ਹੀ ਰੱਖਣਾ ਤੁਸੀਂ, ਤਾਂ 1024 ਯਾਦ ਰੱਖ ਲਿਓ, ਠੀਕ ਹੈ। ਹੁਣ ਗੱਲ ਕਰਦੇ ਹਾਂ ਇੱਕ ਹੋਰ ਚੀਜ਼ ਜਿਹੜੀ ਮੈਂ ਇੱਥੇ ਲਿਖੀ ਨਹੀਂ, ਇੱਕ ਹੋਰ ਚੀਜ਼ ਹੁੰਦੀ ਹੈ, ਉਹ ਕਈ ਵਾਰ ਵੈਸੇ ਪੁੱਛਦੇ ਨਹੀਂ, ਪਰ ਉਹ ਅਗਰ ਡੀਪਲੀ ਪੁੱਛ ਲੈਣ, ਜਿਵੇਂ 8 ਬਿਟਸ ਨੂੰ ਮਿਲਾ ਕੇ ਕੀ ਬਣਦਾ, ਇੱਕ ਬਾਈਟ ਬਣਦਾ, ਤਾਂ 4 ਬਿਟ ਨੂੰ ਮਿਲਾ ਕੇ ਕੀ ਬਣਦਾ 1 ਨਿਬਲ, ਨਿਬਲ ਕਹਿ ਦਿੰਦੇ ਇਹਨੂੰ, NIBBLE, ਠੀਕ ਹੈ। ਨੋਟ ਕਰ ਲਿਓ ਪਲੀਜ਼, ਨੋਟ ਕਰ ਲਿਓ, ਸਕਿਪ ਹੋ ਜਾਂਦਾ ਕਈ ਵਾਰੀ, ਕਾਫੀ ਕੁਛ ਹੁੰਦਾ ਦਿਮਾਗ 'ਚ, ਕਈ ਵਾਰ ਰਹਿ ਜਾਂਦਾ, ਠੀਕ ਹੈ। ਬਿਟਸ ਕਰਨਾ। ਉਸ ਤੋਂ ਬਾਅਦ ਹੁਣ ਦੇਖੋ ਕੀ ਰਹਿ ਗਿਆ ਆਪਣਾ ਰਹਿ ਗਿਆ ਵਰਡ। ਦੇਖੋ ਵਰਡ ਮੋਸਟਲੀ ਟੀਚਰ ਕਰਾਉਂਦੇ ਨਹੀਂ, ਇਹਨੂੰ ਸਕਿਪ ਕਰ ਜਾਂਦੇ ਆ। ਦੇਖੋ ਤੁਸੀਂ ਕੰਪਿਊਟਰ ਲੈਣ ਜਾਂਦੇ ਹੋ, ਪੁੱਛਦੇ ਆ ਕਿ ਤੁਸੀਂ 32 ਬਿਟ ਕੰਪਿਊਟਰ ਲੈਣਾ ਜਾਂ 64 ਬਿਟ ਲੈਣਾ। ਹੁਣ 64 ਬਿਟ ਤੇ 32 ਬਿਟ ਦਾ ਕੀ ਹੁੰਦਾ ਮਤਲਬ, ਇਹ ਕਿਉਂ ਆਪਾਂ ਯੂਜ਼ ਹੁੰਦੇ ਆ, ਇਹ ਕੰਪਿਊਟਰ ਦੇ ਵਿੱਚ ਰਾਜੇ ਯੂਜ਼ ਹੁੰਦੇ ਆ। ਵਰਡ ਹੁੰਦਾ, ਜਿਵੇਂ ਮੰਨ ਲਓ ਕੋਈ ਵੀ ਚੀਜ਼ ਮੈਂ ਲਿਖ ਰਿਹਾ, ਉਹ ਵਰਡ ਦੇ ਵਿੱਚ ਲਿਖਦੇ ਹਨ। ਜਿਵੇਂ ਮੰਨ ਲਓ ਮੈਂ ਆਪਣਾ ਨਾਮ ਲਿਖਤਾ ਬਲਜਿੰਦਰ, ਠੀਕ ਹੈ, ਤਾਂ B ਦਾ ਇੱਕ ਕਰੈਕਟਰ ਹੈ, ਲੇਕਿਨ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਕੀ ਬਣ ਗਿਆ ਇੱਕ, ਠੀਕ ਹੈ, ਇੱਕ ਕੀ ਬਣ ਗਿਆ ਵਰਡ ਬਣ ਗਿਆ। ਉਵੇਂ ਕੰਪਿਊਟਰ ਦੇ ਵਿੱਚ ਜਿਹੜਾ ਵਰਡ ਹੈ ਉਹਦਾ ਸਾਈਜ਼ ਕੀ ਹੋਏਗਾ, ਠੀਕ ਹੈ, ਉਹਦੀ ਲੈਂਥ ਕੀ ਹੋਏਗੀ, ਉਹ ਇਸ ਚੀਜ਼ 'ਤੇ ਡਿਪੈਂਡ ਕਰਦੀ ਹੈ ਬਿਟਸ ਦੇ ਉੱਪਰ, 32 ਬਿਟ 64 ਬਿਟ, ਠੀਕ ਹੈ। ਤਾਂ ਵਰਡ ਸਮਝ ਲਿਓ, ਵਰਡ ਕੀ ਹੈ, ਇੱਕ ਨੈਚੁਰਲ ਯੂਨਿਟ ਹੈ ਡਾਟਾ ਦਾ ਜਿਹੜਾ ਯੂਜ਼ ਹੁੰਦਾ ਕੰਪਿਊਟਰ ਦੇ ਵਿੱਚ, ਠੀਕ ਹੈ। ਵੈਸੇ ਆਉਂਦਾ ਤਾਂ ਨਹੀਂ ਇਹ, ਪਰ ਫਿਲਹਾਲ ਆਪਾਂ ਕੀ ਕਰਨਾ, ਕੁਛ ਛੱਡ ਕੇ ਨਹੀਂ ਜਾਣਾਗਾ, ਆਪਾਂ ਤਿਆਰੀ ਕਰਨੀ ਆਪਣੇ ਵੱਲੋਂ 101%, ਠੀਕ ਹੈ, ਤਾਂ ਜੋ ਆਪਾਂ ਲੱਗ ਸਕੀਏ ਪਟਵਾਰੀ ਸਾਹਿਬ, ਓਕੇ ਜੀ, ਕਲੀਅਰ ਹੈ। ਆਹ ਤਾਂ ਬਹੁਤ ਇੰਪੋਰਟੈਂਟ ਸਲਾਈਡ ਸੀਗੀ, ਇਹਨੂੰ ਇੱਕ ਵਾਰੀ 2 ਵਾਰੀ ਰਿਪੀਟ ਕਰ ਲਿਓ। ਸ਼ਾਇਦ ਮੇ ਵੀ ਮੈਂ ਕੋਈ ਅੱਜ ਫਾਸਟ ਨਾ ਕਰਾ ਰਿਹਾ ਹੋਵਾਂ, ਪਰ ਫਿਰ ਵੀ ਪਤਾ ਕੀ ਗੱਲ, ਇਹ ਚੀਜ਼ ਨੂੰ ਤੁਸੀਂ ਵਾਰ-ਵਾਰ ਸਮਝਣਾ ਹੈ। ਇਹਦੇ ਵਿੱਚੋਂ ਕੁਐਸਚਨ 1 ਜਾਂ 2 ਬਣ ਕੇ ਆਉਂਦੇ ਆ, ਠੀਕ ਹੈ ਜੀ। ਚਲੋ ਨੈਕਸਟ ਚੱਲਦੇ ਆਪਾਂ ਅਗਲੀ ਸਲਾਈਡ ਦੇ ਵੱਲ ਆਪਣੇ। ਆਹ ਦੇਖੋ ਹੁਣ ਕੀ ਹੈ, ਆਪਾਂ ਕੀ ਸਮਝ ਲਿਆ, ਮੈਮਰੀ ਕੀ ਹੁੰਦੀ ਆ, ਸਟੋਰੇਜ ਕੀ ਹੁੰਦੀ ਆ, ਉਹਦੇ ਮੇਜ਼ਰਿੰਗ ਯੂਨਿਟ ਕੀ ਹੁੰਦੇ ਆ। ਹੁਣ ਆ ਗਿਆ ਕੈਟਾਗਰੀ। ਕੈਟਾਗਰੀ ਦੇਖੋ ਮੈਂ ਪਹਿਲਾਂ ਹੀ ਕਿਹਾ ਸੀ ਸਟੋਰੇਜ ਤੇ ਮੈਮਰੀ ਵੱਖਰੀਆਂ ਹੁੰਦੀਆਂ, ਤਾਂ ਕੀ ਹੋ ਗਿਆ ਕੈਟਾਗਰੀ ਦੇ ਵਿੱਚ ਕੀ ਹੋ ਗਿਆ, ਤਾਂ ਜਾਂ ਟਾਈਪਸ ਕਹਿ ਲਓ ਜਾਂ ਕੈਟਾਗਰੀ ਕਹਿ ਲਓ। ਇੱਕ ਕੀ ਹੁੰਦੀ ਆ, ਮੇਨ ਮੈਮਰੀ ਹੁੰਦੀ ਆ, ਮੇਨ ਮੈਮਰੀ ਹੋ ਗਈ। ਦੂਸਰੀ ਕੀ ਹੁੰਦੀ ਹੈ, ਪ੍ਰਾਇਮਰੀ ਮੈਮਰੀ ਵੀ ਕਹਿ ਦਿੰਦੇ, ਉਹਨੂੰ ਸਟੋਰੇਜ ਵੀ ਕਹਿ ਦਿੰਦੇ ਆ। ਹੁਣ ਮੈਮਰੀ, ਮੇਨ ਮੈਮਰੀ ਦੇਖੋ ਇਹ ਇਕੱਲੀ ਮੈਮਰੀ ਹੈ, ਇਹਨੂੰ ਸਟੋਰੇਜ ਨਹੀਂ ਕਹਿ ਸਕਦੇ, ਲੇਕਿਨ ਜਿਹੜੀ ਪ੍ਰਾਇਮਰੀ ਮੈਮਰੀ ਉਹਨੂੰ ਸਟੋਰੇਜ ਕਹਿ ਸਕਦੇ ਹਾਂ ਆਪਾਂ, ਕਿਉਂਕਿ ਉੱਥੇ ਡਾਟਾ ਪਰਮਾਨੈਂਟ ਸਟੋਰ ਹੋ ਜਾਂਦਾ ਹੈ। ਤਾਂ ਇੰਟਰਨਲ ਸਟੋਰੇਜ ਵੀ ਕਹਿ ਦਿੰਦੇ ਆ, ਜਿਵੇਂ ਮੋਬਾਈਲ ਦੇ ਵਿੱਚ ਇੰਟਰਨਲ ਸਟੋਰੇਜ ਵੀ ਹੁੰਦੀ ਆ, ਠੀਕ ਹੈ। ਇਵੇਂ ਹੁੰਦਾ ਇੱਕ ਸੈਕੰਡਰੀ ਮੈਮਰੀ ਹੁੰਦੀ ਆ, ਇੱਕ ਹੁੰਦੀ ਐਕਸਟਰਨਲ ਸਟੋਰੇਜ। ਐਕਸਟਰਨਲ ਸਟੋਰੇਜ ਹੋ ਗਈ ਜਿਵੇਂ USB ਹੋ ਗਈ, CD ਹੋ ਗਈ, DVD ਹੋ ਗਈ, ਉਹ ਮੈਂ ਕਰਾਊਂਗਾ ਡਿਟੇਲ 'ਚ ਪੂਰਾ ਕਰਾਉਣਾ। ਕੈਟਾਗਰੀ ਸਮਝ ਆ ਗਈ। ਫਿਲਹਾਲ ਅਗਰ ਇਹ ਡਾਇਗਰਾਮ ਨਹੀਂ ਵੀ ਤੁਹਾਨੂੰ ਸਮਝ ਆਉਂਦੀ, ਫਿਲਹਾਲ ਤੁਸੀਂ 2 ਚੀਜ਼ਾਂ ਯਾਦ ਰੱਖਣੀਆਂ। 2 ਤਰ੍ਹਾਂ ਦੀ ਮੈਮਰੀ ਹੁੰਦੀਆਂ, ਇੱਕ ਹੁੰਦੀ ਮੇਨ ਮੈਮਰੀ, ਇੱਕ ਹੁੰਦੀ ਹੈ ਸੈਕੰਡਰੀ ਮੈਮਰੀ ਜਾਂ ਪ੍ਰਾਇਮਰੀ ਮੈਮਰੀ, ਠੀਕ ਹੈ, ਜਾਂ ਉਹਨੂੰ ਕੀ ਕਹਿੰਦੇ ਆ ਸੈਕੰਡਰੀ ਮੈਮਰੀ, ਠੀਕ ਹੈ ਜੀ। ਕਲੀਅਰ ਹੈ ਇਹ ਚੀਜ਼, ਠੀਕ ਹੈ। ਤਾਂ ਇਹਨੂੰ ਮੇਨ ਮੈਮਰੀ ਨੂੰ ਤੁਸੀਂ ਸਟੋਰੇਜ ਨਹੀਂ ਕਹਿ ਸਕਦੇ, ਜੋ ਕੁਐਸਚਨ ਪਿੱਛੇ ਕਰਾਇਆ ਨਾ ਮੈਂ ਉਹ ਇਸੇ ਉੱਪਰ ਸੀਗਾ, ਠੀਕ ਹੈ ਜੀ। ਨੈਕਸਟ ਕਰਦੇ ਹਾਂ ਆਪਾਂ ਸਲਾਈਡ।
ਹੁਣ ਦੇਖੋ ਮੋਸਟਲੀ ਇਹੀ ਡਾਇਗਰਾਮ ਟੀਚਰ ਕਰਵਾਉਂਦੇ ਆ, ਮੈਂ ਵੀ ਤੁਹਾਨੂੰ ਇਹੀ ਤਾਂ ਕਰਵਾ ਰਿਹਾ ਕਿਉਂਕਿ ਤੁਹਾਡੇ ਵਾਸਤੇ ਸੌਖਾ ਹੋ ਜਾਊਗਾ। ਹੁਣ ਕੀ ਕਹਿੰਦਾ, ਉਹ ਕਹਿੰਦਾ ਮੈਮਰੀ ਦੇ ਕਿੰਨੇ ਟਾਈਪਸ ਹੁੰਦੀਆਂ, ਪ੍ਰਾਇਮਰੀ ਮੈਮਰੀ ਹੁੰਦੀ ਆ ਜੀ, ਸੈਕੰਡਰੀ ਮੈਮਰੀ ਹੁੰਦੀ ਆ। ਹੁਣ ਪ੍ਰਾਇਮਰੀ ਅੰਡਰ ਕੀ ਆ ਜਾਂਦੇ ਆ, ਦੋ ਚੀਜ਼ਾਂ ਆਉਂਦੀਆਂ, ਰੈਮ ਤੇ ਰੋਮ। ਇਹਨਾਂ ਦੀ ਫੁੱਲ ਫਾਰਮ ਹਰ ਵਾਰੀ ਪੇਪਰ 'ਚ ਪੁੱਛਦੇ ਆ, ਇਹ ਆਪਾਂ ਕਰਾਂਗੇ, ਠੀਕ ਹੈ। ਪਹਿਲਾਂ ਆਪਾਂ ਕਰ ਰਹੇ ਹਾਂ, ਫਿਲਹਾਲ ਕੀ ਕਰ ਰਹੇ ਹਾਂ, ਪ੍ਰਾਇਮਰੀ ਮੈਮਰੀ ਕੀ ਹੁੰਦੀ ਹੈ, ਸੈਕੰਡਰੀ ਮੈਮਰੀ ਕੀ ਹੁੰਦੀ ਆ। ਹੁਣ ਸੈਕੰਡਰੀ ਮੈਮਰੀ ਦੇ ਅੰਦਰ ਆ ਜਾਂਦੀਆਂ ਇੱਕ ਸੋਲਿਡ ਸਟੇਟ ਡਰਾਈਵ ਜਿਹਨੂੰ ਹਾਰਡ ਡਿਸਕ ਕਹਿ ਦਿੰਦੇ ਆ, ਮੈਗਨੈਟਿਕ ਡਿਸਕ ਜਿਹੜੀ ਆਪਣੀ ਟੇਪਾਂ ਹੋ ਗਈਆਂ, ਰੀਲਾਂ ਹੋ ਗਈਆਂ, ਫਲੋਪੀ ਡਿਸਕ ਪਹਿਲਾਂ ਚੱਲਦੀ ਸੀ ਜਿਵੇਂ USB ਜਿਹਨੂੰ ਪੈਨ ਡਰਾਈਵ ਕਹਿ ਦਿੰਦੇ ਤੁਸੀਂ ਅੱਜ ਕੱਲ੍ਹ ਗੱਡੀਆਂ ਚਲਾਉਂਦੇ ਆਪਾਂ ਸੌਂਗ ਸੁਣਨ ਵਾਸਤੇ, ਠੀਕ ਹੈ, ਉਹਨੂੰ USB ਕਹਿ ਦਿੰਦੇ ਆ। ਕਲੀਅਰ ਹੈ ਜੀ। ਇਹ ਡਾਇਗਰਾਮ ਤੁਸੀਂ ਪੜ੍ਹ ਲਿਓ। ਜੇ ਵੀਡੀਓ ਤੁਹਾਨੂੰ ਫਾਸਟ ਲੱਗੇ ਪਲੀਜ਼, YouTube ਆਪਾਂ ਨੂੰ ਇੱਕ ਆਪਸ਼ਨ ਦਿੰਦਾ ਸਲੋ ਕਰਨ ਦੀ, ਠੀਕ ਹੈ। ਉਹ ਸਲੋ ਕਿੱਦਾਂ ਹੁੰਦੀ ਹੈ ਤੁਹਾਨੂੰ ਮੈਂ ਦੱਸ ਦਿੰਦਾ। ਅੱਜ ਜੋ YouTube ਦੀ ਤੁਸੀਂ ਵੀਡੀਓ ਦੇਖ ਰਹੇ ਹੋ, ਇੱਥੇ 3 ਡਾਟ ਜੇ ਆਉਂਦੇ ਆ, 3 ਡਾਟ ਦੇ ਉੱਪਰ ਕਲਿੱਕ ਕਰਿਓ ਅਤੇ ਉੱਥੇ ਸਪੀਡ ਕੀ ਕਰ ਲਿਓ, 1.25 ਕਰ ਲਿਓ ਜਾਂ 1.5 ਕਰ ਲਿਓ। ਤੁਸੀਂ ਉਹਨੂੰ ਸਪੀਡ ਨੂੰ ਸਲੋ ਵੀ ਕਰ ਸਕਦੇ ਹੋ, ਫਾਸਟ ਵੀ ਕਰ ਸਕਦੇ ਹੋ। ਕਲੀਅਰ ਹੈ ਜੀ। ਫਾਸਟ ਤਾਂ ਕਰਾ ਰਿਹਾ ਕਿ ਰਾਜੇ ਮੈਂ ਕੱਲ੍ਹ ਥੋੜ੍ਹਾ ਜਿਹਾ ਬਿਜ਼ੀ ਹੋਣ ਕਰਕੇ ਇਹ ਵੀਡੀਓ ਨਹੀਂ ਪਾ ਪਾਇਆ, ਠੀਕ ਹੈ। ਤਾਂ ਅੱਜ ਮੇਰੀ ਕੋਸ਼ਿਸ਼ ਹੈ ਕਿ ਦੂਸਰੀ ਵੀਡੀਓ ਤੁਹਾਨੂੰ ਮਿਲ ਜਾਵੇ। ਓਕੇ, ਨੈਕਸਟ ਕਰਦੇ ਹਾਂ ਜੀ, ਨੈਕਸਟ ਵੀਡੀਓ। ਹੁਣ ਦੇਖੋ, ਹੁਣ ਆਪਾਂ ਕਰਨੇ ਕਰੈਕਟਰਿਸਟਿਕ। ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹ ਸਲਾਈਡ ਆਪਣੀ ਆ, ਠੀਕ ਹੈ, ਜੋ ਪੇਪਰ 'ਚ ਕੁਐਸਚਨ ਆਉਂਦਾ ਹੈ। ਕਰੈਕਟਰਿਸਟਿਕ ਦੇ ਵਿੱਚ ਕੁਐਸਚਨ ਕੀ ਆਉਂਦਾ, ਕੀ ਕਹਿੰਦਾ ਕਿ ਵੋਲੇਟਾਈਲ ਤੇ ਨੋਨ ਵੋਲੇਟਾਈਲ ਕੀ ਚੀਜ਼ ਹੁੰਦੀ ਆ। ਹੁਣ ਤੁਹਾਨੂੰ ਮੈਂ ਦੱਸ ਦਿੰਦਾ ਵੋਲੇਟਾਈਲ ਹੁੰਦਾ ਕੀ ਹੈ। ਵੋਲੇਟਾਈਲ ਹੁੰਦਾ ਜਿਹੜਾ ਟੈਂਪਰੇਰੀ ਹੁੰਦਾ, ਠੀਕ ਹੈ। ਮੰਨ ਲਓ ਇੱਕ ਮੋਬਾਈਲ ਦੇ ਵਿੱਚ ਜਾਂ ਕੰਪਿਊਟਰ ਦੇ ਵਿੱਚ ਕਹਿ ਲਓ ਇੱਕ ਫੋਟੋ ਪਈ ਸੀਗੀ ਮੇਰੀ। ਜਦੋਂ ਮੈਂ ਫੋਟੋ 'ਤੇ ਡਬਲ ਕਲਿੱਕ ਕੀਤਾ, ਫੋਟੋ ਓਪਨ ਹੋ ਗਈ ਮੇਰੀ ਸਕਰੀਨ 'ਤੇ। ਆਹ ਸਕਰੀਨ ਆ ਮੋਬਾਈਲ ਦੀ, ਸਮਝ ਲਓ ਕੰਪਿਊਟਰ ਸਕਰੀਨ ਸਮਝ ਲਓ। ਆਹ ਫੋਟੋ ਸੀਗੀ ਕਿਸੇ ਦੀ, ਠੀਕ ਹੈ। ਇਹ ਫੋਟੋ ਮੇਰੇ ਸਾਹਮਣੇ ਖੁੱਲ੍ਹ ਗਈ। ਜਦੋਂ ਇਹ ਫੋਟੋ ਖੁੱਲ੍ਹੇਗੀ ਇਹ ਕਿੱਥੇ ਚਲੀ ਜਾਏਗੀ, ਰੈਮ ਦੇ ਵਿੱਚ, ਜਿਹਨੂੰ ਕਹਿੰਦੇ ਆ ਮੇਨ ਮੈਮਰੀ, ਠੀਕ ਹੈ। ਜਦੋਂ ਰੈਮ 'ਚ ਖੁੱਲ੍ਹੂਗੀ, ਠੀਕ ਹੈ, ਉਹਨੂੰ ਕਹਿੰਦੇ ਮੇਨ ਮੈਮਰੀ। ਪਰ ਜੇ ਦੇਖੋ ਇਹ ਫੋਟੋ ਨੂੰ ਮੈਂ ਸੇਵ ਨਹੀਂ ਕੀਤਾ ਹੋਇਆ, ਮੇਰੀ ਲਾਈਟ ਭੱਜ ਗਈ ਤਾਂ ਇਹ ਫੋਟੋ ਮੇਰੀ ਡਿਲੀਟ ਹੋ ਜਾਊਗੀ, ਠੀਕ ਹੈ। ਇਹ ਫੋਟੋ ਮੇਰੀ ਕੀ ਹੋ ਜਾਊਗੀ, ਡਿਲੀਟ ਹੋ ਜਾਊਗੀ। ਤਾਂ ਜਦੋਂ ਡਿਲੀਟ ਹੋ ਜਾਊਗੀ ਉਹਨੂੰ ਕਹਿੰਦੇ ਵੋਲੇਟਾਈਲ ਮੈਮਰੀ। ਕਿਉਂਕਿ ਜਿਹੜੀ ਮੇਨ ਮੈਮਰੀ 'ਚ ਜਿਹੜੀ ਚੀਜ਼ ਹੁੰਦੀ ਆ ਉਹ ਤਦ ਤੱਕ ਹੀ ਸੇਵ ਰਹਿੰਦੀ ਹੈ ਜਦ ਤੱਕ ਜਾਂ ਤਾਂ ਆਪਾਂ ਕੰਪਿਊਟਰ ਖੁਦ ਨਾ ਬੰਦ ਕਰੀਏ ਜਾਂ ਲਾਈਟ ਚਲੀ ਨਾ ਜਾਵੇ, ਠੀਕ ਹੈ ਜੀ। ਜਾਂ ਕੀ ਹੋਇਆ, ਜਦੋਂ ਆਪਾਂ ਇਹਨੂੰ ਸੇਵ ਕਰ ਦਾਂਗੇ ਕਿੱਥੇ ਚਲੀ ਜਾਊਗੀ, ਇਹ ਸੈਕੰਡਰੀ ਮੈਮਰੀ 'ਚ ਚਲੀ ਜਾਊਗੀ, ਠੀਕ ਹੈ ਜੀ। ਕਲੀਅਰ ਹੈ। ਵੋਲੇਟਾਈਲ ਕੀ ਹੁੰਦਾ, ਟੈਂਪਰੇਰੀ। ਤਾਂ ਇਹ ਹਮੇਸ਼ਾ ਪੁੱਛਦੇ ਆ ਜਿਹੜੀ ਰੈਮ ਹੈ, ਰੈਮ ਕੀ ਹੈ, ਵੋਲੇਟਾਈਲ ਹੈ ਜਾਂ ਨੋਨ ਵੋਲੇਟਾਈਲ, ਇਹ ਪੱਕਾ ਪੁੱਛਦੇ ਆ। ਤਾਂ ਠੀਕ ਹੈ, ਇਹ ਵੋਲੇਟਾਈਲ ਮੈਮਰੀ ਹੈ। ਵੋਲੇਟਾਈਲ ਪਤਾ ਚੱਲ ਗਿਆ। ਟੈਂਪਰੇਰੀ ਮੈਮਰੀ ਨੂੰ ਕੀ ਕਹਿੰਦੇ ਆ, ਵੋਲੇਟਾਈਲ ਮੈਮਰੀ ਕਹਿੰਦੇ ਆ। ਤੇ ਨੋਨ ਵੋਲੇਟਾਈਲ ਕੀ ਹੋ ਗਿਆ, ਜਿਹੜੀ ਪਰਮਾਨੈਂਟ ਹੋਏਗੀ, ਠੀਕ ਹੈ ਜੀ। ਉਸ ਤੋਂ ਬਾਅਦ ਅਗਲੀ ਗੱਲ ਕਰੀਏ ਮੈਮਰੀ ਬਾਰੇ। ਮੈਮਰੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਰੀਡ ਓਨਲੀ ਹੁੰਦੀ ਹੈ, ਇੱਕ ਰੀਡ ਐਂਡ ਰਾਈਟ ਕਰ ਸਕਦੇ ਹਾਂ, ਇੱਕ ਰੀਡ ਓਨਲੀ ਜਿਵੇਂ ਤੁਹਾਡੀ CD ਹੋ ਗਈ। ਪਹਿਲਾਂ CD ਆਉਂਦੀਆਂ ਸੀ ਨਾ, CD ਦੇ ਵਿੱਚ ਆਪਾਂ ਜਿਹੜੀ ਚੀਜ਼ ਇੱਕ ਵਾਰੀ ਭਰਤੀ ਆਪਾਂ ਸਿਰਫ ਉਹਨੂੰ ਵਾਰ-ਵਾਰ ਦੇਖ ਸਕਦੇ ਸੀਗੇ, ਉਹਨੂੰ ਦੁਬਾਰਾ ਭਰ ਨਹੀਂ ਸਕਦੇ ਸੀਗੇ, ਉਹਨੂੰ ਕਹਿੰਦੇ ਰੀਡ ਓਨਲੀ। ਪਰ ਅੱਜ ਕੱਲ੍ਹ ਕੀ ਹੋਇਆ, ਉਸ ਤੋਂ ਬਾਅਦ CD ਆ ਗਈ ਜਿਹਨੂੰ CDRW ਬੋਲਦੇ ਸੀਗੇ, ਰੀਡ ਰਾਈਟ। ਮਤਲਬ ਇੱਕ ਵਾਰੀ ਭਰ ਲਈ, ਫਿਰ ਡਿਲੀਟ ਕਰਤੀ ਫਿਲਮ, ਨਵੀਂ ਫਿਲਮ ਪਾ ਲਈ, ਫਿਰ ਡਿਲੀਟ ਕਰਤੀ, ਫਿਰ ਨਵੀਂ ਫਿਲਮ ਪਾ ਲਈ, ਉਹਨੂੰ ਰੀਡ ਰਾਈਟ ਬੋਲਦੇ ਆ। ਓਕੇ ਜੀ, ਕਲੀਅਰ ਹੈ ਸਾਰਾ ਕੁਛ। ਉਸ ਤੋਂ ਬਾਅਦ ਆਪਾਂ ਕਰਦੇ ਅਸੈਸਿਬਿਲਟੀ। ਸਭ ਤੋਂ ਇੰਪੋਰਟੈਂਟ ਕੀ ਚੀਜ਼ ਹੈ, ਅਸੈਸਿਬਿਲਟੀ। ਹੁਣ ਦੇਖੋ ਇੱਕ ਹੈਗਾ ਰੈਂਡਮ ਅਸੈਸ, ਡਾਇਰੈਕਟ ਅਸੈਸ, ਸਿਕੁਐਂਸ਼ੀਅਲ ਅਸੈਸ। ਸਿਕੁਐਂਸ਼ੀਅਲ ਦੱਸ ਦਿੰਦਾ ਮੈਂ। ਮੰਨ ਲਓ ਪੁਰਾਣੇ ਜ਼ਮਾਨੇ 'ਚ ਰੀਲਾਂ ਹੁੰਦੀਆਂ ਸੀਗੀਆਂ, ਟੇਪ ਰਿਕਾਰਡ ਹੁੰਦੇ ਸੀ ਨਾ, ਰੀਲਾਂ ਹੁੰਦੀਆਂ ਸੀਗੀਆਂ, ਉਹ 'ਚ ਕੀ ਨੇ 10 ਜਾਂ 12 ਗਾਣੇ ਆਉਂਦੇ ਸੀ, ਠੀਕ ਹੈ। ਜੇ ਮੰਨ ਲਓ 5 ਗਾਣੇ ਆ, ਮੈਂ ਚੌਥਾ ਗਾਣਾ ਸੁਣਨਾ, ਮੈਨੂੰ ਕੀ ਕਰਨਾ ਪੈਂਦਾ ਸੀ, ਪਹਿਲਾ ਗਾਣਾ ਅੱਗੇ ਕਰਨਾ ਪੈਂਦਾ ਸੀ, ਦੂਜਾ ਗਾਣਾ, ਤੀਜਾ ਗਾਣਾ, ਚੌਥਾ ਗਾਣਾ ਫੇਰ ਆਉਂਦਾ ਸੀਗਾ। ਮੈਂ ਡਾਇਰੈਕਟ ਚੌਥਾ ਗਾਣਾ ਨਹੀਂ ਸੁਣ ਸਕਦਾ ਸੀਗਾ। ਇਹਨੂੰ ਕਹਿੰਦੇ ਆ ਸਿਕੁਐਂਸ਼ੀਅਲ ਅਸੈਸ, ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਆ ਗਏ ਅਗਰ ਆਪਾਂ ਗੱਲ ਕਰੀਏ ਡਾਇਰੈਕਟ ਅਸੈਸ ਦੀ। ਹੁਣ ਡਾਇਰੈਕਟ ਸਿਕੁਐਂਸ਼ੀਅਲ ਅਸੈਸ ਦੀ ਐਗਜ਼ਾਮਪਲ ਦਿੰਦਾ ਹੈ। ਸਿਕੁਐਂਸ਼ੀਅਲ ਅਸੈਸ ਦੀ ਐਗਜ਼ਾਮਪਲ ਪਤਾ ਕੀ ਆ, ਜਿਵੇਂ ਮੰਨ ਲਓ ਇੱਕ ਟੀਚਰ ਹੈ ਕਲਾਸ ਦੇ ਵਿੱਚ ਅਟੈਂਡੈਂਸ ਲਾਉਂਦਾ ਹੈ, ਉਹ ਹਮੇਸ਼ਾ ਇੱਦਾਂ ਹੀ ਲਾਉਂਦਾ ਨਾ, ਰੋਲ ਨੰਬਰ 1, ਰੋਲ ਨੰਬਰ 2, ਰੋਲ ਨੰਬਰ 3, ਰੋਲ ਨੰਬਰ 4, ਰੋਲ ਨੰਬਰ 5, ਦੇਖੋ ਸੀਕੁਐਂਸ ਦੇ ਵਿੱਚ ਲਾਉਂਦਾ ਹੈ, ਉਹਨੂੰ ਕਹਿੰਦੇ ਆ ਸਿਕੁਐਂਸ਼ੀਅਲ ਅਸੈਸ। ਓਕੇ ਜੀ, ਕਲੀਅਰ ਹੈ। ਹੁਣ ਨੈਕਸਟ ਕਰਦੇ ਹਾਂ ਆਪਾਂ, ਠੀਕ ਹੈ, ਡਾਇਰੈਕਟ ਅਸੈਸ ਕਰਦੇ ਹਾਂ। ਪਹਿਲਾਂ ਮੰਨ ਲਓ ਮੇਰੇ ਕੋਲ ਇੱਕ ਨੰਬਰ ਪਏ ਸੀ, ਜਿਵੇਂ ਗਾਣੇ ਦੀ ਗੱਲ ਕਰ ਲਈਏ, ਜਿਵੇਂ USB ਦੇ ਵਿੱਚ ਗਾਣੇ ਹੁੰਦੇ ਆ, ਆਪਾਂ ਮੰਨ ਲਓ 6 ਨੰਬਰ ਟਰੈਕ ਸੁਣਨਾ ਹੈ, ਆਪਾਂ ਡਾਇਰੈਕਟ USB ਦੇ ਵਿੱਚ 6 ਨੰਬਰ ਟਰੈਕ ਸਿਲੈਕਟ ਕਰ ਸਕਦੇ ਹਾਂ। ਕਰਦੇ ਹੋ ਨਾ ਤੁਸੀਂ, ਗੱਡੀ ਦੇ ਵਿੱਚ ਵੀ ਕਰਦੇ ਹੋਵੋਗੇ, ਸਿੰਪਲ ਤੁਸੀਂ CD ਦੇ ਵਿੱਚ ਵੀ ਕਰਦੇ ਹੋਵੋਗੇ, ਲੈਪਟਾਪ ਦੇ ਵਿੱਚ ਵੀ ਕਰਦੇ ਹੋਵੋਗੇ, ਠੀਕ ਹੈ। ਤਾਂ ਇਹਨੂੰ ਕੀ ਕਹਿੰਦੇ ਆ, ਡਾਇਰੈਕਟ ਅਸੈਸ। ਆਪਾਂ ਡਾਇਰੈਕਟ ਕੋਈ ਵੀ ਚੀਜ਼ ਅਸੈਸ ਕਰ ਸਕਦੇ ਹਾਂ। ਉਸ ਤੋਂ ਆ ਗਿਆ ਰੈਂਡਮ ਅਸੈਸ। ਰੈਂਡਮ ਅਸੈਸ ਦੇ ਵਿੱਚ ਕੀ ਹੁੰਦਾ, ਮੰਨ ਲਓ ਇਹ ਮੇਰਾ ਪਿਆ ਹੈ, ਠੀਕ ਹੈ, ਇਹ ਮੇਰਾ ਪਿਆ ਹੈ, ਜਾਂ ਇੱਦਾਂ ਲਿਖ ਸਕਦੇ ਹਾਂ। ਇਹਦੀ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਹੋਰ ਵਧੀਆ ਦੇ ਦਿੰਦਾ। ਮੰਨ ਲਓ ਇੱਦਾਂ ਇੱਕ ਨੰਬਰ ਪਏ ਹੋਏ ਆ 4, 5, 6। ਮੈਂ ਕੀ ਕਰਨਾ, ਰੈਂਡਮ ਅਸੈਸ ਦਾ ਮਤਲਬ ਹੋ ਗਿਆ ਕਿ ਪਹਿਲਾਂ ਮੈਂ ਰੋਲ ਨੰਬਰ ਚੱਕ ਲਿਆ 4, ਫਿਰ ਮੈਂ ਨੰਬਰ ਚੱਕ ਲਿਆ 6, ਫਿਰ ਮੈਂ ਨੰਬਰ ਚੱਕ ਲਿਆ 1। ਮਤਲਬ ਰੈਂਡਮਲੀ ਮੈਂ ਕਿਸੇ ਨੂੰ ਵੀ ਕਾਲ ਕਰ ਰਿਹਾ, ਕਿਸੇ ਵੀ ਚੀਜ਼ ਨੂੰ ਅਸੈਸ ਕਰ ਰਿਹਾ ਰੈਂਡਮਲੀ, ਠੀਕ ਹੈ ਜੀ। ਰੈਂਡਮਲੀ ਤੇ ਡਾਇਰੈਕਟ ਅਸੈਸ ਬੇਸਿਕਲੀ ਸੇਮ ਜੀ ਚੀਜ਼ ਆ, ਬਸ ਮਾਈਨਰ ਜਿਹਾ ਡਿਫਰੈਂਸ ਆ ਦੋਨਾਂ ਦੇ ਵਿੱਚ। ਓਕੇ, ਇਸ ਤੋਂ ਬਾਅਦ ਦੇਖੋ ਇਹ ਚੀਜ਼ ਸਮਝ ਆ ਗਈ ਸਭ ਨੂੰ, ਬਹੁਤ ਇੰਪੋਰਟੈਂਟ ਹੈ। ਇਹ ਤਾਂ ਕੁਐਸਚਨ ਬਣਦਾ ਹੀ ਬਣਦਾ ਹੈ ਕਿ ਜਿਹੜੀ ਉਹ ਪੁੱਛਦੇ ਆ, ਹਮੇਸ਼ਾ ਹੀ ਪੁੱਛਦੇ ਆ ਕਿ ਰੈਮ ਕਿਹੜੀ ਅਸੈਸ ਹੈ। ਰੈਮ ਰੈਂਡਮ ਅਸੈਸ ਹੈ,
डायरेक्ट एक्सेस है कि सिक्वेंशियल एक्सेस है। तो रैम याद रखना हमेशा रैंडम, आर तो रैम आर तो रैंडम। ये मैं ਤੁਹਾਨੂੰ ਕਰਵਾਉਂਗਾ ट्रिक, टेंशन ना लो। ਇੱਥੇ सिर्फ समझना कि रैंडम एक्सेस ਹੁੰਦਾ ਕੀ ਹੈ, डायरेक्ट एक्सेस ਕੀ ਹੁੰਦਾ, सिक्वेंशियल एक्सेस ਕੀ ਹੁੰਦਾ। क्लीयर है। बाकी एक गल होर एक अनाउंसमेंट करनी है, एक टैलीग्राम ग्रुप जिहदे काफ़ी बच्चे तो ज्वाइन कर चुके हैं। टैलीग्राम ग्रुप बनाया आपां उत्थे देखो, जे मान लो इत्थे मैं देखो सारे तो नहीं मैं MCQ करा सकदा, इत्थे सारे MCQ नहीं करा सकदा, उत्थे आपां की करांगे पूल करांगे। ठीक है, तो सारिਆਂ ने वो ज्वाइन कर लेना। मेरी रिक्वेस्ट है सब नूं प्लीज़ ज्वाइन कर लिओ ਉਹਨੂੰ। ठीक है, एक दो दिनों के आपां स्टार्ट करते हैं ਉਹਦੇ ਉੱਪਰ भी काम। ਹੁਣ ਨੈਕਸਟ ਦੇਖੋ ਪ੍ਰਾਇਮਰੀ ਮੈਮਰੀ ਕੀ ਹੁੰਦੀ ਹੈ। ਤੁਹਾਨੂੰ ਮੈਂ ਪਹਿਲਾਂ ਦੱਸਿਆ ਪ੍ਰਾਇਮਰੀ ਮੈਮਰੀ ਕੀ ਹੁੰਦੀ ਹੈ, ਇੰਟਰਨਲ ਮੈਮਰੀ ਹੁੰਦੀ ਹੈ। ਠੀਕ ਹੈ, ਤੇ ਕੀ ਹੁੰਦੀ ਹੈ, ਕੰਪਿਊਟਰ ਦੇ ਵਿੱਚ ਵੀ ਹੁੰਦੀ ਹੈ ਤੇ ਮੋਬਾਈਲ 'ਚ ਵੀ ਹੁੰਦੀ ਹੈ। ਠੀਕ ਹੈ, ਆਪਾਂ ਕੰਪਿਊਟਰ ਬਾਰੇ ਪੜ੍ਹ ਰਹੇ ਹਾਂ ਤਾਂ ਕਰਕੇ ਮੈਂ ਇੱਥੇ ਕੀ ਲਿਖਿਆ ਹੋਇਆ, ਇੰਟਰਨਲ ਮੈਮਰੀ ਆਫ ਕੰਪਿਊਟਰ। ਹੁਣ ਇਹਨੂੰ ਕੀ ਕਹਿੰਦੇ, ਮੇਨ ਮੈਮਰੀ ਵੀ ਕਹਿ ਦਿੰਦੇ ਆ। ਹੁਣ ਦੇਖੋ ਕਈ ਵਾਰ ਕੁਐਸਚਨ ਆਇਆ ਕਿ ਵਾਟ ਇਜ਼ ਦਾ ਮੇਨ ਮੈਮਰੀ ਇਨ ਕੰਪਿਊਟਰ, ਤਾਂ ਉਹਨੂੰ ਇੰਟਰਨਲ ਮੈਮਰੀ ਹੋ ਗਈ, ਮੇਨ ਮੈਮਰੀ ਹੋ ਗਈ, ਪ੍ਰਾਇਮਰੀ ਮੈਮਰੀ ਹੋ ਗਈ, ਤਿੰਨੇ ਇੱਕੋ ਹੀ ਗੱਲਾਂ ਹੈ। ਠੀਕ ਹੈ, ਇਹ 'ਚ ਕੋਈ ਫਰਕ ਨਹੀਂ ਹੈ। ਠੀਕ ਹੈ, ਕਲੀਅਰ ਹੈ। ਇਹ ਟੈਂਪਰੇਰੀ ਹੁੰਦੀ ਹੈ ਰਾਜੇ। ਇਹਨੂੰ ਇਹ ਕਿਹੜੀ ਨੇਚਰ 'ਚ ਹੁੰਦੀ ਹੈ, ਵੋਲੇਟਾਈਲ 'ਚ ਹੁੰਦੀ ਹੈ। ਵੋਲੇਟਾਈਲ ਦਾ ਮਤਲਬ ਕੀ ਹੈ, ਲਿਖੋ ਲਿਖਿਆ ਹੋਇਆ ਨਾ, ਇਟ ਮੀਨਸ ਵੈਨ ਪਾਵਰ ਇਜ਼ ਸਵਿਚਡ ਆਫ ਇਟ ਲੋਸਟ ਆਲ ਡਾਟਾ। ਜਦੋਂ ਪਾਵਰ ਬੰਦ ਹੋ ਗਈ ਤਾਂ ਕੀ ਹੋ ਜਾਊਗਾ, ਡਾਟਾ ਇਹਦਾ ਲੋਸਟ ਹੋ ਜਾਊਗਾ। ਤਾਂ ਦੇਖੋ ਪ੍ਰਾਇਮਰੀ ਮੈਮਰੀ ਦੇ ਵਿੱਚ ਦੋ ਤਰ੍ਹਾਂ ਦੀਆਂ ਮੈਮਰੀ ਆਉਂਦੀਆਂ, ਇੱਕ ਰੈਮ ਹੁੰਦੀ ਹੈ, ਇੱਕ ਰੋਮ ਹੁੰਦੀ ਹੈ। ਰੈਮ ਹੁੰਦੀ ਹੈ ਰੈਂਡਮ ਅਸੈਸ ਮੈਮਰੀ, ਦੇਖੋ ਨਾਮ ਤੋਂ ਕਲੀਅਰ ਰੈਂਡਮ ਅਸੈਸ। ਤੇ ਰੋਮ ਹੁੰਦੀ ਹੈ ਰੀਡ ਓਨਲੀ ਮੈਮਰੀ, ਜਿਵੇਂ CD ਹੋ ਗਈ। ਠੀਕ ਹੈ ਜੀ, ਇਹ ਆਪਾਂ ਡਿਟੇਲ 'ਚ ਪੜ੍ਹਾਂਗੇ। ਠੀਕ ਹੈ, ਨੈਕਸਟ ਪਾਰਟ ਦੇ ਵਿੱਚ। ਇਸ ਤੋਂ ਬਾਅਦ ਦੇਖੋ ਹੁਣ ਰੈਮ ਆਪਾਂ ਇੱਕ ਥੋੜ੍ਹੀ ਜਿਹੀ ਮੈਂ ਜਾਣਕਾਰੀ ਦੇ ਦਿੰਦਾ, ਰੈਮ ਹੁੰਦਾ ਕੀ ਹੈ। ਦੇਖੋ ਰੈਮ ਦਾ ਨਾਮ ਲਿਖਿਆ ਹੋਇਆ ਰੈਂਡਮ ਅਸੈਸ ਮੈਮਰੀ। ਆ ਦੇਖੋ ਰੈਮ ਨੂੰ ਕੀ ਕਹਿੰਦੇ ਆ, ਰੈਮ ਦੇ ਵਿੱਚ ਆਪਾਂ ਡਾਟਾ ਰੀਡ ਵੀ ਕਰ ਸਕਦੇ ਆ, ਰਾਈਟ ਵੀ ਕਰ ਸਕਦੇ ਆ। ਠੀਕ ਹੈ, ਜਦੋਂ ਮੰਨ ਲਓ ਕੋਈ ਆਪਾਂ ਮੰਨ ਲਓ ਮੈਂ ਕੋਈ ਦੇਖੋ MS ਵਰਡ ਦਾ ਡਾਕੂਮੈਂਟ ਖੋਲ੍ਹਿਆ ਹੋਇਆ, ਮੈਂ ਟਾਈਪਿੰਗ ਕਰ ਰਿਹਾ। ਤੁਸੀਂ ਟਾਈਪਿੰਗ ਸਿੱਖਦੇ ਹੋ ਨਾ ਸਾਰੇ ਪੰਜਾਬ ਗਵਰਨਮੈਂਟ ਵਾਸਤੇ। ਜਦੋਂ ਮੰਨ ਲਓ ਮੈਂ ਵਰਡ ਦੇ ਵਿੱਚ ਡਾਕੂਮੈਂਟ ਖੋਲ੍ਹਿਆ, ਮੈਂ ਕੀ ਕਰ ਰਿਹਾ, ਉਸ ਟਾਈਪਿੰਗ ਕਰ ਰਿਹਾ। ਠੀਕ ਹੈ, ਪੰਜਾਬੀ ਦੇ ਵਿੱਚ ਕੁਝ ਵੀ ਲਿਖ ਰਿਹਾ ਜਾਂ ਇੰਗਲਿਸ਼ ਵਿੱਚ ਕੁਝ ਵੀ ਲਿਖ ਰਿਹਾ। ਅਤੇ ਦੂਜੀ ਵਾਰੀ ਮੈਂ ਉਹਨੂੰ ਸੇਵ ਕਰਤਾ, ਤੀਜੀ ਵਾਰੀ ਫਿਰ ਖੋਲ੍ਹਿਆ, ਦੇਖੋ ਰੀਡ ਵੀ ਕਰ ਰਹੇ ਹਾਂ ਅਤੇ ਰਾਈਟ ਵੀ ਕਰ ਰਹੇ ਹਾਂ। ਠੀਕ ਹੈ, ਲਿਖ ਵੀ ਰਹੇ ਹਾਂ ਅਤੇ ਉਸਨੂੰ ਪੜ੍ਹ ਵੀ ਰਹੇ ਹਾਂ। ਠੀਕ ਹੈ, ਰੀਡ ਰਾਈਟ ਹੋ ਜਾਏਗਾ। ਕਲੀਅਰ ਹੈ। ਉਸ ਤੋਂ ਬਾਅਦ ਕੀ ਕਹਿੰਦਾ, ਜਿਹੜੀ ਇਨਫੋਰਮੇਸ਼ਨ ਸਟੋਰ ਹੁੰਦੀ ਹੈ ਇਹਦੀ ਮੈਮਰੀ ਦੇ ਵਿੱਚ, ਉਹ ਲੋਸਟ ਹੋ ਜਾਂਦੀ ਹੈ। ਕਦੋਂ ਲੋਸਟ ਹੋ ਜਾਂਦੀ ਹੈ, ਠੀਕ ਹੈ, ਜੇ ਪਾਵਰ ਕੀ ਹੋ ਜਾਵੇ, ਬੰਦ ਹੋ ਜਾਵੇ। ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ, ਜਿਹੜੀ ਟੈਂਪਰੇਰੀ ਮੈਮਰੀ ਹੈ ਇਹਨੂੰ ਕਹਿੰਦੇ ਆ ਵੋਲੇਟਾਈਲ ਮੈਮਰੀ ਵੀ ਇਹਨੂੰ ਕਹਿੰਦੇ ਆ, ਕਿਹਨੂੰ, ਮੇਨ ਮੈਮਰੀ ਨੂੰ। ਅਤੇ ਰੈਮ ਕੀ ਆਪਣੀ ਮੇਨ ਮੈਮਰੀ ਹੈ। ਠੀਕ ਹੈ, ਰੈਮ ਵੀ ਦੋ ਤਰ੍ਹਾਂ ਦਾ ਆਉਂਦਾ ਹੈ। ਠੀਕ ਹੈ, ਉਹ ਬਾਅਦ ਦੀ ਗੱਲ ਹੈ। ਆਹ ਦੇਖੋ ਰੈਮ ਇੱਦਾਂ ਦਾ ਹੁੰਦਾ, ਇਹ ਨਾ ਸਲੋਟ ਤੋਂ ਬਾਹਰ ਕੱਢਿਆ ਹੋਇਆ ਹੈ, ਜਦੋਂ ਸਲੋਟ ਦੇ ਵਿੱਚ ਲੱਗ ਜਾਂਦਾ ਹੈ ਕੰਪਿਊਟਰ ਦੇ ਵਿੱਚ, ਇਹ ਰੈਮ ਹੁੰਦਾ। ਠੀਕ ਹੈ, ਇਹ ਪਿਕਚਰ ਤਾਂ ਦੱਸਿਆ ਕਿ ਦਿਮਾਗ 'ਚ ਪਿਕਚਰਾਂ ਅਤੇ ਵੀਡੀਓ ਯਾਦ ਰਹਿੰਦੀਆਂ, ਪੇਪਰ 'ਚ ਹੋਰ ਕੁਛ ਨਹੀਂ ਯਾਦ ਰਹਿੰਦਾ। ਠੀਕ ਹੈ ਜੀ, ਰੈਮ ਵੈਸੇ ਦੋ ਤਰ੍ਹਾਂ ਦਾ ਹੁੰਦਾ, ਸਟੈਟਿਕ ਰੈਮ ਅਤੇ ਡਾਇਨੇਮਿਕ ਰੈਮ। ਅਤੇ ਪੁੱਡਾ ਦੇ ਪੇਪਰ 'ਚ ਆਇਆ ਸੀਗਾ ਕਿ ਸਟੈਟਿਕ ਰੈਮ ਦੇ ਵਿੱਚ ਜਾਂ ਡਾਇਨੇਮਿਕ ਰੈਮ ਦੇ ਵਿੱਚ S ਕੀ ਨੂੰ ਸਟੈਂਡ ਕਰਦਾ ਹੈ। ਉੱਥੇ ਲਿਖਿਆ ਸੀਗਾ ਸਟੈਟਿਕ, ਸਿੰਗਲ, ਕੁਛ ਹੋਰ ਆਪਸ਼ਨਾਂ ਦੇਤੀਆਂ ਸੀਗੀਆਂ। ਤਾਂ ਯਾਦ ਰੱਖਣਾ S ਫੋਰ ਕੀ ਹੈ, ਸਟੈਟਿਕ। ਸਟੈਟਿਕ ਹੁੰਦਾ ਜਿਹੜਾ ਫਿਕਸ, ਜਿਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ। D ਹੁੰਦਾ ਡਾਇਨੇਮਿਕ, ਜਿਹਨੂੰ ਆਪਾਂ ਚੇਂਜ ਕਰ ਸਕਦੇ ਹਾਂ, ਜਿਵੇਂ ਰੀਡ ਰਾਈਟ ਹੁੰਦਾ। ਠੀਕ ਹੈ, ਕਲੀਅਰ ਹੈ। ਹੁਣ ਦੇਖੋ ਲਾਸਟ ਸਲਾਈਡ ਆਪਾਂ। ਠੀਕ ਹੈ, ਵੀਡੀਓ ਬਹੁਤ ਲੰਬੀ ਹੁੰਦੀ ਜਾ ਰਹੀ ਹੈ ਮੈਨੂੰ ਲੱਗਦਾ। ਠੀਕ ਹੈ, ਇਸ ਤੋਂ ਬਾਅਦ ਆਹੀ ਦੇਖੋ ਵੋਲੇਟਾਈਲ ਬਾਰੇ ਦੱਸਿਆ ਹੋਇਆ। ਵੋਲੇਟਾਈਲ ਮੈਮਰੀ ਹੁੰਦੀ ਕੀ ਹੈ, ਦੇਖੋ ਇਹ ਵੋਲੇਟਾਈਲ ਲਿਖਿਆ ਕਿ ਪਾਵਰ ਮੇਨਟੇਨ ਕਰ, ਮਤਲਬ ਇਹਨੂੰ ਕੀ ਚਾਹੀਦਾ, ਪਾਵਰ ਚਾਹੀਦੀ ਆ ਕੀ ਮੇਨਟੇਨ ਕਰਨ ਵਾਸਤੇ, ਸਟੋਰੇਜ ਮੇਨਟੇਨ ਕਰਨ ਵਾਸਤੇ। ਠੀਕ ਹੈ, ਅਗਰ ਇਨਫੋਰਮੇਸ਼ਨ ਨੂੰ ਸਟੋਰ ਕਰਕੇ ਰੱਖਣਾ ਤਾਂ ਤਦ ਤੱਕ ਉਹਨੂੰ ਕੀ ਚਾਹੀਦੀ, ਆਪਣੀ ਪਾਵਰ ਚਾਹੀਦੀ। ਜਦੋਂ ਪਾਵਰ ਚਲੀ ਗਈ ਕੀ ਹੋ ਜਾਏਗੀ, ਇਹ ਲੋਸਟ ਹੋ ਜਾਏਗਾ ਡਾਟਾ ਇਹਦੇ ਵਿੱਚ। ਠੀਕ ਹੈ, ਦੂਸਰਾ ਕੀ ਕਹਿੰਦਾ ਹੈ, ਕੀ ਕਹਿੰਦਾ ਪਾਵਰ ਇਨਫੋਰਮੇਸ਼ਨ ਜਾਂ ਡਾਟਾ ਕਦ ਤੱਕ ਸਟੋਰ ਰਹਿੰਦਾ, ਜਦ ਤੱਕ ਕੀ ਹੁੰਦਾ, ਪਾਵਰ ਸਪਲਾਈ ਇਜ਼ ਔਨ। ਕਹਿੰਦਾ ਜਦੋਂ ਪਾਵਰ ਸਪਲਾਈ ਚਲੀ ਗਈ, ਇੰਟਰਪਟ ਹੋ ਗਈ ਜਾਂ ਦੇਖੋ ਕੰਪਿਊਟਰ ਇੱਕਦਮ ਬੰਦ ਹੋ ਜਾਂਦੇ ਨਾ, ਕਈ ਵਾਰੀ ਲਾਈਟ ਇੱਕਦਮ ਚਲੀ ਜਾਂਦੀ ਆ, ਤਾਂ ਕੀ ਹੋ ਜਾਊਗਾ, ਇਹਦਾ ਡਾਟਾ ਕੀ ਹੋ ਜਾਊਗਾ, ਲੋਸਟ ਹੋ ਜਾਊਗਾ, ਲੋਸਟ। ਠੀਕ ਹੈ, ਲੋਸਟ ਹੋ ਜਾਊਗਾ ਡਾਟਾ ਇਹਦਾ, ਮਤਲਬ ਚਲਾ ਜਾਊਗਾ। ਹੁਣ ਤੁਹਾਨੂੰ ਪਹਿਲਾਂ ਦੱਸਿਆ ਮੈਂ, ਰੈਮ ਦੋ ਕੈਟਾਗਰੀ 'ਚ ਆਉਂਦਾ, ਡਾਇਨੇਮਿਕ ਰੈਮ ਅਤੇ ਸਟੈਟਿਕ ਰੈਮ। ਠੀਕ ਹੈ, ਜਿਹੜਾ ਡਾਇਨੇਮਿਕ ਰੈਮ ਹੁੰਦਾ ਉਹ ਰੀਫਰੈਸ਼ ਹੁੰਦਾ ਰਹਿੰਦਾ। ਰੀਫਰੈਸ਼ ਤਾਂ ਹੀ ਹੋਊਗਾ ਨਾ ਜਦੋਂ ਆਪਾਂ ਕੁਛ ਲਿਖਾਂਗੇ। ਦੇਖੋ ਮੰਨ ਲਓ ਰੀਫਰੈਸ਼ ਕਿਵੇਂ ਹੁੰਦਾ, ਮੰਨ ਲਓ ਮੈਂ ਆਹ ਕੰਪਿਊਟਰ ਦੇ ਵਿੱਚ ਕੁਛ ਲਿਖ ਰਿਹਾ, ਪਹਿਲਾਂ ਮੈਂ ਲਿਖਿਆ ਮੰਨ ਲਓ ਇੱਥੇ ਪੋਜ਼ੀਟਿਵ ਵਾਈਬਸ, ਪੋਜ਼ੀਟਿਵ P। ਠੀਕ ਹੈ, ਫਿਰ ਮੈਂ B, ਦੇਖੋ ਜਦੋਂ ਮੈਂ ਦੋ ਵਾਰ ਲਿਖਤਾ ਤਾਂ ਰੀਫਰੈਸ਼ ਹੋ ਗਿਆ। ਫਿਰ ਮੈਂ ਲਿਖਤਾ ਪੋਜ਼ੀਟਿਵ ਵਾਈਬਸ ਚੈਨਲ। ਠੀਕ ਹੈ, ਜੋ ਮਰਜ਼ੀ ਲਿਖ ਦਿਓ, ਰੀਫਰੈਸ਼ ਹੁੰਦਾ ਰਹਿੰਦਾ। ਠੀਕ ਹੈ ਜੀ, ਕਲੀਅਰ ਹੈ। ਅਤੇ ਲਾਸਟ ਦੇ ਵਿੱਚ ਥੈਂਕ ਯੂ ਸਭ ਦਾ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਦੇਖੋ ਜੇ ਤੁਹਾਨੂੰ ਇਸ ਵੀਡੀਓ ਬਾਰੇ ਮੈਨੂੰ ਆਪਣੇ ਕਮੈਂਟ ਦੇ ਵਿੱਚ ਦੱਸਿਓ ਵਿਊਜ਼। ਜੇ ਤੁਹਾਨੂੰ ਇਹ ਵੀਡੀਓ ਫਾਸਟ ਨਹੀਂ ਲੱਗੀ ਤਾਂ ਆਪਾਂ ਇਸੇ ਤਰੀਕੇ ਨਾਲ ਪੜ੍ਹਾਂਗੇ, ਜੇ ਤੁਹਾਨੂੰ ਫਾਸਟ ਲੱਗੀ ਆਪਾਂ ਸਲੋ ਪੜ੍ਹ ਲਾਂਗੇ। ਠੀਕ ਹੈ, ਪਰ ਇਹ ਟੌਪਿਕ ਮੇਰੀ ਰਿਕੁਐਸਟ ਹੈ ਕਿ ਇਹਨੂੰ ਕਰਕੇ ਜਾਣਾ ਹੈ ਔਰ ਬਹੁਤ ਬਰੀਕੀ ਵੇ ਨਾਲ ਕਰਨਾ ਹੈ, ਕਿਉਂਕਿ ਇਹਦੇ ਵਿੱਚੋਂ ਮੋਸਟਲੀ ਕੁਐਸਚਨ ਪੁੱਛੇ ਜਾਂਦੇ ਆ। ਅਤੇ ਇੱਕ ਨਾਲ GK ਸੀਰੀਜ਼ ਚੱਲ ਰਹੀ ਹੈ, ਉਹ ਦੇਖੋ ਹਲਕਾ ਫੁਲਕਾ ਇੱਕ ਡੋਜ਼ ਦੇ ਰਿਹਾ ਤੁਹਾਨੂੰ, ਮੈਂ ਟ੍ਰਿਕ ਦੱਸ ਰਿਹਾ ਉਹਦੇ ਵਿੱਚ ਕਿੱਦਾਂ ਪੜ੍ਹਨਾ ਹੈ, ਉਹ ਵੀ ਜ਼ਰੂਰ ਦੇਖਣੀ ਹੈ ਆਪਾਂ। ਠੀਕ ਹੈ ਜੀ, ਬਾਕੀ ਮੈਂ ਦੇਖੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤੇ ਹੋਏ ਆ, ਟੈਲੀਗ੍ਰਾਮ ਗਰੁੱਪ ਦਾ ਵੀ ਲਿੰਕ ਦਿੱਤਾ ਹੋਇਆ, ਪੁਰਾਣੀ ਵੀਡੀਓ ਦਾ ਵੀ ਦਿੱਤਾ ਹੋਇਆ, ਇੰਟਰੋ ਦਾ ਵੀ ਦਿੱਤਾ ਹੋਇਆ, ਅਤੇ ਆਪਣੀ GK ਸੀਰੀਜ਼ ਦਾ ਵੀ ਦਿੱਤਾ ਹੋਇਆ। ਅਤੇ ਸਾਰਿਆਂ ਨੇ ਵੱਧ ਤੋਂ ਵੱਧ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਕਰਨਾ, ਇਹਨੂੰ ਚੈਨਲ ਨੂੰ ਲਾਈਕ ਕਰਨਾ। ਦੇਖੋ ਪਲੀਜ਼ ਲਾਈਕ ਕਰਿਓ, ਚੈਨਲ ਗਰੋ ਕਰੇਗਾ ਤਾਂ ਹੀ ਵੱਧ ਤੋਂ ਵੱਧ ਬੱਚਿਆਂ ਦੀ ਹੈਲਪ ਹੋਏਗੀ। ਠੀਕ ਹੈ, ਜੇ ਮੈਂ ਇੰਨੀ ਮਿਹਨਤ ਕਰਦਾ ਸਿਰਫ ਤੁਹਾਡੇ ਵਾਸਤੇ ਕਰ ਰਿਹਾ। ਠੀਕ ਹੈ, ਪਲੀਜ਼ ਤੈਨੂੰ ਲਾਈਕ ਕਰਿਓ।
ਠੀਕ ਹੈ, ਧੰਨਵਾਦ। ਮਿਲਦੇ ਹਾਂ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ।